ਸਾਰਿਆਂ ਨੂੰ ਜੈ ਮਸੀਹ ਦੀ। ਪ੍ਰਭੂ ਦਾ ਧੰਨਵਾਦ ਆ ਕਿ ਅੱਜ ਅਸੀਂ ਜਿਸ ਸਿਲਸਿਲੇ ਵਿੱਚ ਇਕੱਠੇ ਹੋਏ ਆ ਉਹ ਸਿਲਸਿਲਾ ਅੱਜ ਸਵਾਲ ਤੇ ਜਵਾਬਾਂ ਦਾ ਆ। ਤੁਸੀਂ ਸਭ ਜਾਣਦੇ ਹੋ ਕਿ ਪਿਛਲੇ ਦਿਨੀ ਜੋ 6 ਮਈ 2021 ਨੂੰ ਚਰਚ ਦੇ ਵਿੱਚ ਘਟਨਾਕ੍ਰਮ ਹੋਇਆ, ਜਿਸ ਦੇ ਸੰਬੰਧ ਦੇ ਵਿੱਚ ਅਸੀਂ ਅੱਜ ਪਾਸਟਰ ਦੇ ਕੋਲੋਂ ਕੁਝ ਸਵਾਲਾਂ ਦੇ ਜਵਾਬ ਲਵਾਂਗੇ। ਹੁਣ ਅਸੀਂ ਇਹ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਪਾਸਟਰ ਜੀ ਨਾਲ ਪ੍ਰਾਰਥਨਾ ਦੇ ਵਿੱਚ ਚੱਲਾਂਗੇ। ਆइए ਅਸੀਂ ਪ੍ਰਾਰਥਨਾ ਕਰੀਏ। ਮਹਾਨ ਪਿਤਾ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡਾ ਸ਼ੁਕਰ ਕਰਦੇ ਹਾਂ, ਤੁਹਾਡੇ ਪਵਿੱਤਰ ਨਾਮ ਨੂੰ ਮਹਿਮਾ ਦਿੰਦੇ ਹਾਂ। ਜੋ ਵੀ ਜਵਾਬ ਸਵਾਲ ਦਾ ਸਿਲਸਿਲਾ ਲੈ ਕੇ ਅੱਜ ਪਿਆਰੇ ਪਿਤਾ ਜੀ ਅਸੀਂ ਤੁਹਾਡੇ ਚਰਨਾਂ ਵਿੱਚ ਬੈਠੇ ਹਾਂ। ਪਿਆਰੇ ਪ੍ਰਭੂ ਜੀ, ਜੋ ਵੀ ਸਵਾਲ ਹੋਣ ਉਹਨਾਂ ਦੇ ਦਰੁਸਤ ਜਵਾਬ ਮਹਾਨ ਪਿਤਾ ਪਰਮੇਸ਼ਰ ਹੋ ਸਕਣ, ਔਰ ਸਾਡੀ ਬੇਨਤੀ ਹੈ ਕਿ ਸਾਰੇ ਸੁਣਨ ਵਾਲੇ ਬਰਕਤ ਪਾ ਸਕਣ। ਅਸੀਂ ਬੇਨਤੀ ਕਰਦੇ ਹਾਂ ਕਿ ਸਭਨਾਂ ਨੂੰ ਸ਼ਾਂਤੀ ਮਿਲੇ ਔਰ ਸਾਰੇ ਪਿਆਰੇ ਪ੍ਰਭੂ ਹਿਆਬ ਤੇ ਦਲੇਰੀ ਨੂੰ ਪਾ ਸਕਣ। ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਥੈਂਕ ਯੂ। ਹਾਂਜੀ, ਸਭ ਤੋਂ ਪਹਿਲਾਂ ਅਸੀਂ ਪਾਸਟਰ ਜੀ ਤੁਹਾਡੇ ਕੋਲੋਂ ਪੁੱਛਣਾ ਚਾਹੁੰਦੇ ਹਾਂ ਕਿ PV 32 ਵਾਲੇ ਤੁਹਾਡੇ ਕੋਲੋਂ ਸਵਾਲ ਕਰ ਰਹੇ ਸੀ ਕਿ ਮੱਥਾ ਟੇਕ ਕੇ ਕਰੋਨਾ ਨਹੀਂ ਭੱਜਦਾ। ਜੇ ਮੱਥਾ ਟੇਕ ਕੇ ਕਰੋਨਾ ਭੱਜਦਾ ਤਾਂ 2020 ਵਿੱਚ ਹੀ ਭੱਜ ਜਾਣਾ ਸੀ। ਇਸ ਦੇ ਬਾਰੇ ਤੁਸੀਂ ਸਪਸ਼ਟੀਕਰਨ ਥੋੜਾ ਜਿਹਾ ਦੇਵੋਗੇ? ਦੇਖੋ, ਅਸੀਂ ਇਸ ਦੇ ਬਾਰੇ ਕੁਝ ਜ਼ਿਆਦਾ ਨਹੀਂ ਬੋਲਣਾ ਚਾਹੁੰਦੇ, ਲੇਕਿਨ ਇਹ ਚੀਜ਼ ਜਿਹੜੀ PV 32 ਵਾਲੇ ਪੁੱਛ ਰਹੇ ਨੇ ਕਿ ਜੇ ਮੱਥਾ ਟੇਕਣ ਨਾਲ ਕਰੋਨਾ ਜਾਂਦਾ ਤੇ 2020 'ਚ ਚਲੇ ਜਾਣਾ ਸੀ, ਪਰ ਇਹ ਉਹਨਾਂ ਦੀ ਅਗਿਆਨਤਾ ਹੈ ਕਿਉਂਕਿ 2020 ਦੇ ਵਿੱਚ ਸਾਰੇ ਧਾਰਮਿਕ ਅਦਾਰੇ ਜਿਹੜੇ ਸੀ ਉਹ ਬੰਦ ਕੀਤੇ ਗਏ ਸੀ, ਕੋਈ ਕਿਤੇ ਮੱਥਾ ਨਹੀਂ ਸੀ ਟੇਕ ਰਿਹਾ। ਔਰ ਦੂਜੀ ਗੱਲ ਕਿ ਚਰਚਾਂ ਦੇ ਵਿੱਚ ਕਦੀ ਵੀ ਮੱਥਾ ਨਹੀਂ ਟੇਕਣ ਜਾਂਦੇ ਲੋਕ। ਚਰਚ ਵਿੱਚ ਲੋਕ ਪ੍ਰੇਅਰ ਕਰਨ ਲਈ ਜਾਂਦੇ ਆ ਤੇ ਨਾ ਕਿਸੇ ਇੱਕ ਬਿਲਡਿੰਗ ਜਾਂ ਕਿਸੇ ਤਸਵੀਰ ਫੋਟੋ ਦੇ ਅੱਗੇ ਉਹ ਮੱਥਾ ਟੇਕ ਕੇ ਨਹੀਂ ਆਉਂਦੇ ਨੇ। ਇੱਥੇ ਇੱਕ ਚੀਜ਼ ਦੀ ਭਿੰਨ ਭੇਦਤਾ ਜਿਹੜੀ ਹੈਗੀ ਉਹ ਨਜ਼ਰ ਆਉਂਦੀ ਆ ਕਿ ਜਦੋਂ ਅਸੀਂ ਵੇਖਦੇ ਹਾਂ ਕਿ ਇਹੀ ਮੀਡੀਆ ਦੇ ਲੋਕ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜੀ ਨੂੰ ਸੀਸਗੰਜ ਦੇ ਵਿੱਚ ਮੱਥਾ ਟੇਕਦੇ ਨੂੰ ਵੇਖਦੇ ਨੇ ਤੇ ਉਹਨਾਂ ਲਈ ਰਿਸਪੈਕਟਡ ਸ਼ਬਦ ਯੂਜ਼ ਕਰਦੇ ਨੇ ਕਿ ਇਹ ਉੱਥੇ ਜਾ ਕੇ ਨਮਸਤਕ ਹੋਏ ਨੇ ਤੇ ਆਪ ਉਹਨਾਂ ਦੀ ਫਿਰ ਪ੍ਰਸ਼ੰਸਾ ਵੀ ਕਰਦੇ ਨੇ। ਤੇ ਜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਸਵਾਲ ਪੁੱਛਣਾ ਵੀ ਮੱਥਾ ਟੇਕਣ ਨਾਲ ਕਰੋਨਾ ਨਹੀਂ ਜਾਂਦਾ, ਤੁਸੀਂ ਕਿਉਂ ਟੇਕ ਰਹੇ ਹੋ, ਤੇ ਇਹ ਸਵਾਲ ਉਹਨਾਂ ਨੂੰ ਉੱਥੇ ਪੁੱਛਣਾ ਬਣਦਾ ਜਦ ਕਿ ਇਹਨਾਂ ਨੂੰ ਚਰਚਾਂ ਦੇ ਨਿਯਮ ਦਾ ਪਤਾ ਨਹੀਂ ਹੈਗਾ। ਚਰਚ ਦੇ ਵਿੱਚ ਕੋਈ ਮੱਥੇ ਟੇਕਣ ਲਈ ਨਹੀਂ ਆਉਂਦਾ, ਇਸ ਕਰਕੇ ਅਗਿਆਨਤਾ ਦੇ ਨਾਲ ਮੀਡੀਆ ਵਾਲੇ ਇਸ ਸਵਾਲ ਨੂੰ ਪੁੱਛ ਲੈਂਦੇ ਆ। ਸੋ ਮੈਂ ਇਹਦੇ ਬਾਰੇ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ, ਬਸ ਇਹ ਸੀ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਚਰਚ ਵਿੱਚ ਲੋਕ ਅਕਸਰ ਕਿਉਂ ਜਾਂਦੇ। ਔਰ ਦੂਸਰਾ ਉਹਨੇ ਸਵਾਲ ਤੁਹਾਡੇ ਕੋਲ ਕੀਤਾ ਸੀ ਤੇ ਤੁਸੀਂ ਜਵਾਬ ਦਿੱਤਾ ਸੀ ਕਿ ਮੈਂ ਕਰੋਨਾ ਨੂੰ ਨਹੀਂ ਮੰਨਦਾ। ਇਸ ਦੇ ਬਾਰੇ ਵੀ ਤੁਸੀਂ ਥੋੜੇ ਜਿਹੇ ਆਪਣੇ ਵਿਚਾਰ ਦੱਸੋ ਤਾਂ ਕਿ ਸਭ ਨੂੰ ਪਤਾ ਲੱਗੇ ਵੀ ਤੁਸੀਂ ਇਸ ਚੀਜ਼ ਨੂੰ ਕਿਉਂ ਬੋਲਿਆ ਸੀ। ਜਿਵੇਂ ਕਿ ਉਹਨਾਂ ਨੇ ਸਾਨੂੰ ਸਵਾਲ ਪੁੱਛਿਆ ਸੀ ਮੀਡੀਆ ਦੇ ਵਿੱਚ, ਤੁਸੀਂ ਵੀ ਸਾਰੇ ਜਾਣਦੇ ਹੋ, ਤੁਸੀਂ ਸੁਣਿਆ ਹੈ, ਤੁਸੀਂ ਸਾਰਿਆਂ ਨੇ ਵੀਡੀਓ ਵੀ ਦੇਖੀ ਹੈ, ਜਿਹੜੇ ਸਾਨੂੰ ਸੁਣ ਰਹੇ ਨੇ ਉਹਨਾਂ ਨੇ ਵੀ ਵੀਡੀਓ ਦੇਖੀ ਹੈ। ਉਹਨਾਂ ਦਾ ਸਵਾਲ ਸੀਗਾ ਕਿ ਤੁਸੀਂ ਕਰੋਨਾ ਨੂੰ ਮੰਨਦੇ ਹੋ। ਸੋ ਕਈ ਲੋਕਾਂ ਨੂੰ ਇਸ ਚੀਜ਼ ਦਾ ਬੜਾ ਦੁੱਖ ਲੱਗਾ ਹੋਏਗਾ ਕਿ ਪਾਸਟਰ ਜੀ ਨੇ ਕਿਹਾ ਕਿ ਅਸੀਂ ਕਰੋਨਾ ਨੂੰ ਨਹੀਂ ਮੰਨਦੇ। ਪਰ ਅਸਲ ਦੇ ਵਿੱਚ ਇਹਦੇ ਪਿੱਛੇ ਜਿਹੜੀ ਨਾ ਇੱਕ ਸਾਡੀ ਧਾਰਮਿਕ ਜਿਹੜੀ ਜੋ ਭਾਵਨਾ ਹੈ, ਜੋ ਉਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਪਵਿੱਤਰ ਆਤਮਾ ਦੇ ਵੱਲੋਂ ਜੋ ਗਾਈਡਨੈਸ ਹੈ ਉਹ ਇਹ ਹੈ ਕਿ ਕਰੋਨਾ ਕੋਈ ਮੰਨਣ ਵਾਲੀ ਚੀਜ਼ ਨਹੀਂ ਹੈ। ਮੈਂ ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਕਰੋਨਾ ਕੋਈ ਮੰਨਣ ਵਾਲੀ ਚੀਜ਼ ਨਹੀਂ ਹੈ। ਜੇ ਅਸੀਂ ਇਹਦੇ ਮੰਨਣ ਵਾਲੇ ਦੀ ਗੱਲ ਕਰੀ ਤਾਂ ਮੈਂ ਮਾਫੀ ਚਾਹੁੰਦਾ, ਇਹ ਸ਼ਬਦ ਮੈਨੂੰ ਵਰਤਣੇ ਨਹੀਂ ਚਾਹੀਦੇ। ਤੇ ਸਾਡੇ ਦੇਸ਼ ਦੇ ਵਿੱਚ ਲੋਕ ਬਿਮਾਰੀਆਂ ਨੂੰ ਵੀ ਮੰਨਦੇ ਨੇ, ਜਿਹਦੇ ਵਿੱਚ ਚਿਕਨ ਪੌਕਸ ਤੁਸੀਂ ਦੇਖਿਆ ਬਿਮਾਰੀ ਹੈ, ਸਮਾਲ ਪੌਕਸ ਚਿਕਨ ਪੌਕਸ ਕਰਕੇ ਇੱਕ ਬਿਮਾਰੀ ਹੈ, ਲੋਕ ਤਾਂ ਉਹਦੀ ਵੀ ਪੂਜਾ ਕਰਦੇ ਨੇ। ਪਰ ਕਰੋਨਾ ਜੇ ਬਿਮਾਰੀ ਹੈ ਤਾਂ ਉਹਦਾ ਇਲਾਜ ਜਿਹੜਾ ਉਹ ਡਾਕਟਰ ਕਰਨਗੇ, ਉਹਦਾ ਇਲਾਜ ਡਾਕਟਰ ਕਰਨਗੇ। ਸਰਕਾਰ ਦਾ ਕੰਮ ਹੈ, ਡਾਕਟਰਾਂ ਦਾ ਕੰਮ ਹੈ ਕਿ ਉਹਦਾ ਇਲਾਜ ਕਰਨ। ਪਰ ਉਹਦੇ ਤੇ ਸਵਾਲ ਪੁੱਛਣਾ ਕਿ ਕਰੋਨਾ ਨੂੰ ਅਸੀਂ ਮੰਨਦੇ ਹਾਂ ਜਾਂ ਨਹੀਂ ਮੰਨਦੇ, ਇਹ ਇੱਕ ਬੇਬੁਨਿਆਦੀ ਜਿਹਾ ਸਵਾਲ ਹੈ। ਇਹਦੇ ਵਿੱਚ ਤਾਂ ਅਸੀਂ ਇਹ ਕਹਾਂਗੇ ਬਿਮਾਰੀਆਂ ਇੱਥੇ ਹੋਰ ਵੀ ਨੇ, ਦੇਸ਼ ਦੇ ਵਿੱਚ ਹਜ਼ਾਰਾਂ ਹੀ ਹੋਰ ਵੀ ਬਿਮਾਰੀਆਂ ਹੈਗੀਆਂ ਨੇ। ਜੇ ਅਸੀਂ ਇਕੱਲੀ ਬਿਮਾਰੀ ਨੂੰ ਮੰਨਣ ਲੱਗ ਜਾਵਾਂਗੇ ਤਾਂ ਫਿਰ ਅਸੀਂ ਰੱਬ ਨੂੰ ਤਾਂ ਮੰਨਣ ਵਾਲੇ ਰਹੇ ਹੀ ਨਹੀਂ। ਅਸੀਂ ਬਿਮਾਰੀਆਂ ਜਾਂ ਕੋਈ, ਮੈਂ ਵੀ ਕਹਾਂਗਾ ਕਿ ਕਰੋਨਾ ਕੋਈ ਰੱਬ ਨਹੀਂ ਹੈਗਾ ਜਿਹਨੂੰ ਅਸੀਂ ਮੰਨੀਏ। ਸੋ ਜੇ ਉਹ ਬਿਮਾਰੀ ਹੈ ਤਾਂ ਉਹਨੂੰ ਬਿਮਾਰੀ ਦੀ ਥਾਂ 'ਤੇ ਹੀ ਰੱਖਣਾ ਚਾਹੀਦਾ ਹੈ, ਉਹਨੂੰ ਸਿਰ 'ਤੇ ਚੜਾਉਣ ਦੀ ਜ਼ਰੂਰਤ ਨਹੀਂ ਹੈ। ਸੋ ਇਸ ਲਈ ਮੈਂ ਇੱਕ ਆਤਮਿਕ ਸਪਿਰਚੁਅਲੀ ਜੋ ਮੈਨੂੰ ਆਤਮਾ ਵੱਲੋਂ ਗਾਈਡਨੈਸ ਹੈ ਉਹਦੇ ਮੁਤਾਬਕ ਮੈਂ ਇਹ ਸ਼ਬਦ ਵਰਤਿਆ ਕਿ ਅਸੀਂ ਕਰੋਨਾ ਨੂੰ ਨਹੀਂ ਮੰਨਦੇ। ਕਰੋਨਾ ਮੰਨਣ ਵਾਲੀ ਚੀਜ਼ ਨਹੀਂ ਹੈ। ਤੁਸੀਂ ਸਾਰੇ ਜਾਣਦੇ ਹੋ, ਤੁਸੀਂ ਸਾਰੇ ਸਮਝਦਾਰ ਹੋ ਕਿ ਜੋ ਬਿਮਾਰੀ ਹੈ ਤਾਂ ਉਹਨੂੰ ਬਿਮਾਰੀ ਦੇ ਰੂਪ ਵਿੱਚ ਹੀ ਮੰਨਿਆ ਜਾਵੇ ਔਰ ਬਿਮਾਰੀ ਦੇ ਰੂਪ ਵਿੱਚ ਹੀ ਉਹਨੂੰ ਰੱਖਿਆ ਜਾਵੇ। ਠੀਕ ਹੈ। ਔਰ ਇੱਕ ਪਾਸਟਰ
ਵਿਕਾਸ ਸੀ, ਉਹਨਾਂ ਨੇ ਤੁਹਾਨੂੰ ਵੀਡੀਓ ਦੇ ਵਿੱਚ ਕਮੈਂਟ ਰੈਫਰੈਂਸ ਦਿੱਤਾ ਰੋਮਨ 13 ਦੀ 1 ਤੇ 2। ਇਹਦੇ ਬਾਰੇ ਵੀ ਤੁਸੀਂ ਥੋੜਾ ਜਿਹਾ ਸਭ ਨੂੰ ਵਿਸਥਾਰ ਦੇ ਨਾਲ ਦੱਸ ਦਿਓ ਤਾਂ ਕਿ ਉਹ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਣ। ਬਹੁਤ ਅੱਛਾ ਸਵਾਲ ਤੁਸੀਂ ਪੁੱਛਿਆ, ਕਿਉਂਕਿ ਇਹ ਸਵਾਲ ਜਿਹੜਾ ਹੈਗਾ ਮੈਂ ਦੇਖਿਆ ਸੀ, ਮੇਰੇ ਕੋਲ ਹੋਰ ਵੀ ਸਾਡੇ ਕਿਸੇ ਵਿਸ਼ਵਾਸੀ ਭਾਈ ਨੇ ਦੱਸਿਆ ਸੀ ਵੀ ਰੋਮੇ ਦੇ ਖੱਤ ਦੇ ਵਿੱਚੋਂ ਇਹ ਸਵਾਲ ਜਿਹੜਾ ਹੈਗਾ ਆਮ ਤੌਰ ਤੇ ਲੋਕ ਪਾ ਦਿੰਦੇ ਆ ਵੀ ਸਾਨੂੰ ਸਰਕਾਰਾਂ ਦੇ ਅਧੀਨ ਰਹਿਣਾ ਚਾਹੀਦਾ। ਜਿਹੜਾ ਤੁਸੀਂ ਰੈਫਰੈਂਸ ਦਿੱਤਾ ਉਹਦੇ ਵਿੱਚ ਇਹੀ ਅਸੀਂ ਪੜ੍ਹਦੇ ਹਾਂ ਕਿ ਸਾਨੂੰ ਆਪਣੇ ਹੁਕਮਰਾਨਾਂ ਦੇ ਜਿਹੜੀਆਂ ਸਾਡੀਆਂ ਹਕੂਮਤਾਂ ਨੇ ਉਹਨਾਂ ਦੇ ਅਧੀਨ ਰਹਿਣਾ ਚਾਹੀਦਾ, ਕਿਉਂਕਿ ਹਕੂਮਤਾਂ ਜਿਹੜੀਆਂ ਨੇ ਉਹ ਰੱਬ ਦੇ ਵੱਲੋਂ ਸਥਾਪਿਤ ਕੀਤੀਆਂ ਜਾਂਦੀਆਂ ਨੇ। ਸੋ ਇਹ ਬਹੁਤ ਅੱਛਾ ਸਵਾਲ ਹੈ ਤੁਹਾਡਾ, ਤੇ ਇਹਦੇ ਵਿੱਚ ਮੈਂ ਤੁਹਾਨੂੰ ਇਹ ਜ਼ਰੂਰ ਗਾਈਡੈਂਸ ਦੇਣਾ ਚਾਹੁੰਦਾ, ਜਿਹੜੇ ਮੈਨੂੰ ਸੁਣ ਰਹੇ ਨੇ ਮੈਂ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਹਕੂਮਤਾਂ ਦੇ ਅਧੀਨ ਰਹਿਣਾ ਜਿਹੜਾ ਉਹਦਾ ਕੀ ਮਤਲਬ ਹੈ। ਉਹਦਾ ਮਤਲਬ ਇਹ ਹੈ ਕਿ ਅਸੀਂ ਕੋਈ ਇਹੋ ਜਿਹਾ ਅਨੁਚਿਤ ਕੰਮ ਜਾਂ ਇਹੋ ਜਿਹਾ ਕੋਈ ਗੈਰ ਕਾਨੂੰਨੀ ਕੰਮ ਨਾ ਕਰੀਏ ਜਿਹੜਾ ਤੁਹਾਨੂੰ ਹਕੂਮਤ ਦੇ ਅਗੇਂਸਟ ਖੜਾ ਕਰਦਾ ਹੈ। ਜਾਣੀ ਕਿ ਅਸੀਂ ਕੋਈ ਇਦਾਂ ਦਾ ਗੈਰ ਕਾਨੂੰਨੀ ਇਦਾਂ ਦਾ ਕੋਈ ਕੰਮ ਨਾ ਕਰੀਏ ਜਿਹੜਾ ਕਾਨੂੰਨ ਦੀ ਨਜ਼ਰ ਦੇ ਵਿੱਚ ਤੁਹਾਨੂੰ ਦੋਸ਼ੀ ਸਾਬਤ ਕਰਦਾ ਹੈ ਵੀ ਤੁਸੀਂ ਕਾਨੂੰਨ ਦੀ ਉਲੰਘਣਾ ਕਰਨ ਵਾਲੇ। ਮੰਨ ਲਓ ਕਿ ਸਾਡਾ ਕਾਨੂੰਨ ਸਾਨੂੰ ਨਸ਼ੇ ਵੇਚਣ ਤੋਂ ਮਨਾ ਕਰਦਾ, ਸਾਨੂੰ ਨਸ਼ੇ ਕਰਨ ਤੋਂ ਮਨਾ ਕਰਦਾ, ਸਾਡਾ ਕਾਨੂੰਨ ਜਿਹੜਾ ਹੈਗਾ ਉਹ ਸਾਨੂੰ ਟੈਰਰਿਸਟ ਬਣਨ ਤੋਂ ਮਨਾ ਕਰਦਾ ਵੀ ਅਸੀਂ ਉਗਰਵਾਦੀ ਨਾ ਬਣ ਜਾਈਏ, ਅਸੀਂ ਦੇਸ਼ ਦਰੋਹੀ ਨਾ ਹੋਈਏ। ਤੇ ਇਹੋ ਜਿਹੇ ਜਿਹੜੇ ਕੰਮ ਨੇ ਉਹ ਅਸੀਂ ਜੇ ਕਰਦੇ ਹਾਂ ਤਾਂ ਉਹ ਦੇਸ਼ ਦੇ ਸਾਡੀ ਹਕੂਮਤ ਦੇ ਵਿਰੋਧ ਦੇ ਵਿੱਚ ਨੇ। ਤੇ ਦੂਜੇ ਪਾਸੇ ਅਸੀਂ ਇੱਕ ਬਾਈਬਲ ਦੇ ਵਿੱਚੋਂ ਵੀ ਇਸ ਘਟਨਾ ਨੂੰ ਦੇਖ ਸਕਦੇ ਹਾਂ ਕਿ ਜੇਕਰ ਹਕੂਮਤਾਂ ਜਿਹੜੀਆਂ ਨੇ ਰੱਬ ਵੱਲੋਂ ਠਹਿਰਾਈਆਂ ਤੇ ਉਹ ਰੱਬ ਦੇ ਕੰਮ ਨੂੰ ਕਦੇ ਰੋਕਣ ਦੀ ਕੋਸ਼ਿਸ਼ ਨਹੀਂ ਕਰਨਗੀਆਂ। ਤੇ ਇਸ ਸਾਡੇ ਦੇਸ਼ ਵਿੱਚ ਧਾਰਮਿਕ ਜਿਹੜੀ ਆਜ਼ਾਦੀ ਆ ਉਹ ਸਾਰਿਆਂ ਨੂੰ ਬਰਾਬਰ ਆ। ਅਸੀਂ ਸਾਰੇ ਧਾਰਮਿਕ ਆਜ਼ਾਦੀ ਦੇ ਵਿੱਚ ਰਹਿੰਦੇ ਹਾਂ ਔਰ ਇੱਥੇ ਜਿਹੜਾ ਇਹਨਾਂ ਨੇ ਸਾਨੂੰ ਮੈਸੇਜ ਪਾਇਆ ਉਹ ਅਸੀਂ ਇੱਥੇ ਸੋਚ ਸਕਦੇ ਸਮਝ ਸਕਦੇ ਹਾਂ ਕਿ ਉਹਨਾਂ ਦੇ ਪਿੱਛੇ ਇਹ ਨਹੀਂ ਕਿ ਉਹ ਵਚਨ ਨੂੰ ਬਹੁਤ ਜਾਣਦੇ ਇਸ ਲਈ ਪਾਉਂਦੇ ਨੇ। ਕਈ ਵਾਰੀ ਉਹਨਾਂ ਦੇ ਅੰਦਰ ਇੱਕ ਡਰ ਹੁੰਦਾ ਆ ਵੀ ਇਸ ਤਰ੍ਹਾਂ ਕਰਨ ਦੇ ਨਾਲ ਹੋ ਸਕਦਾ ਸਾਡੀ ਬਦਨਾਮੀ ਨਾ ਹੋ ਜਾਏ, ਪਰ ਅਸਲ ਦੇ ਵਿੱਚ ਬਦਨਾਮੀ ਤਾਂ ਉਦੋਂ ਹੁੰਦੀ ਆ ਜਦੋਂ ਤੁਸੀਂ ਉਹ ਕੰਮ ਜਿਹੜੇ ਸਾਨੂੰ ਕਰਨੇ ਚਾਹੀਦੇ ਆ ਆਪਾਂ ਨਹੀਂ ਕਰਦੇ, ਆਪਾਂ ਹੋਰ ਕੰਮ ਕਰਦੇ ਆ ਤਾਂ ਫਿਰ ਉਹ ਬਦਨਾਮੀ ਦਾ ਕਾਰਨ। ਪਰ ਜਿਹੜਾ ਕੰਮ ਸਾਨੂੰ ਪਰਮੇਸ਼ਰ ਦੇ ਵੱਲੋਂ ਦਿੱਤਾ ਗਿਆ ਆ ਉਹਨੂੰ ਕਰਨ ਲਈ ਸਾਨੂੰ ਕੋਈ ਬਦਨਾਮੀ ਦੀ, ਸਾਨੂੰ ਅਗਰ ਬਦਨਾਮੀ ਹੁੰਦੀ ਵੀ ਹੈ ਤਾਂ ਸਾਨੂੰ ਪਰਵਾਹ ਨਹੀਂ ਕਰਨੀ ਚਾਹੀਦੀ। ਔਰ ਇਹਦੇ ਸੰਬੰਧ ਵਿੱਚ ਮੈਂ ਇਹ ਜਵਾਬ ਤੁਹਾਨੂੰ ਜ਼ਰੂਰ ਦੇਣਾ ਚਾਹਾਂਗਾ ਕਿ ਜਦੋਂ ਅਸੀਂ ਰਸੂਲਾਂ ਦੇ ਕਰਤੱਵ ਦੇ ਵਿੱਚ ਪੜ੍ਹਦੇ ਹਾਂ, ਰਸੂਲਾਂ ਦੇ ਕਰਤੱਵ ਦੇ ਵਿੱਚ ਜਦੋਂ ਅਸੀਂ 4 ਦੀ 19 ਆਇਤ ਨੂੰ ਪੜ੍ਹਦੇ ਹਾਂ ਤੇ 5 ਦੀ 29 ਆਇਤ ਨੂੰ ਪੜ੍ਹਦੇ ਹਾਂ ਤਾਂ ਉੱਥੇ ਅਸੀਂ ਰਸੂਲਾਂ ਦੇ ਕੋਲੋਂ ਇਸ ਗੱਲ ਨੂੰ ਸਿੱਖਦੇ ਹਾਂ ਜਦੋਂ ਉਹਨਾਂ ਨੂੰ ਰੋਮ ਸ਼ਾਸਕ ਜਾਣੀ ਕਿ ਰੋਮ ਦਾ ਜਿਹੜਾ ਰਾਜ ਸੀਗਾ, ਧਿਆਨ ਨਾਲ ਸੁਣਿਓ ਸਾਰੀ ਗੱਲ ਨੂੰ, ਰੋਮ ਸਰਕਾਰ ਨੇ ਪ੍ਰਚਾਰ ਦੇ ਉੱਤੇ ਬੈਨ ਲਾ ਦਿੱਤਾ ਸੀਗਾ ਕਿ ਤੁਸੀਂ ਪ੍ਰਭੂ ਯਿਸੂ ਮਸੀਹ ਦਾ ਨਾਮ ਲੈ ਕੇ ਪ੍ਰਚਾਰ ਨਹੀਂ ਕਰਨਾ। ਸੋ ਉਹ ਜਿਹੜੇ ਪ੍ਰੇਰਿਤ ਸੀਗੇ, ਰਸੂਲ ਸੀਗੇ, ਉਹਨਾਂ ਨੇ ਕੀ ਕੀਤਾ, ਆਪਾਂ ਇਸ ਗੱਲ ਨੂੰ ਬੜਾ ਧਿਆਨ ਨਾਲ ਦੇਖੀਏ ਤੇ ਅਗਰ ਬਾਈਬਲ ਨੂੰ ਅਸੀਂ ਵੇਖੀਏ ਤਾਂ ਬਾਈਬਲ ਸਾਨੂੰ ਕਹਿੰਦੀ ਕਿ ਅਸੀਂ ਰਸੂਲਾਂ ਦੀ ਨੀਂਹ ਦੇ ਉੱਤੇ ਖੜੇ ਹਾਂ। ਜਿਹੜੀ ਰਸੂਲ ਨੇ, ਜਿਹੜੇ ਰੱਬ ਦੇ ਚੇਲੇ ਨੇ, ਉਹਨਾਂ ਨੇ ਨੀਂਹ ਰੱਖੀ ਆ ਤੇ ਅਸੀਂ ਉਸ ਨੀਂਹ ਦੇ ਉੱਤੇ ਆ ਜਿਹੜੀ ਉਹਨਾਂ ਨੇ ਸਾਡੇ ਲਈ ਵਿਸ਼ਵਾਸ ਦੀ ਨੀਂਹ ਧਰੀ ਆ। ਤੇ ਜਦੋਂ ਰੋਮ ਦੇ ਵਿੱਚ ਪ੍ਰਚਾਰ ਦਾ ਬੈਨ ਕਰ ਦਿੱਤਾ ਗਿਆ ਸੀਗਾ ਉਸ ਵਕਤ ਚੇਲਿਆਂ ਨੇ ਉਹਨਾਂ ਨੂੰ, ਖਾਸ ਤੌਰ ਤੇ ਚੇਲਿਆਂ ਨੂੰ ਉਹਨਾਂ ਅਧਿਕਾਰੀਆਂ ਨੇ ਸੱਦ ਕੇ ਉਹਨਾਂ ਨੂੰ ਦਬਕਾ ਮਾਰਿਆ, ਉਹਨਾਂ ਨੂੰ ਝਿੜਕਾਂ ਮਾਰਿਆ, ਉਹਨਾਂ ਨੂੰ ਕਹਿੰਦੇ ਕਿ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਕੋਈ ਪ੍ਰਚਾਰ ਨਹੀਂ ਕਰਨਾ। ਤੇ ਉਹਨਾਂ ਨੇ ਜਵਾਬ ਦਿੱਤਾ ਕਿ ਤੁਸੀਂ ਆਪ ਹੀ ਫੈਸਲਾ ਕਰ ਲਓ ਕਿ ਮਨੁੱਖਾਂ ਦੀ ਆਗਿਆ ਜਿਹੜੀ ਆ ਉਹ ਮੰਨਣੀ ਜ਼ਿਆਦਾ ਜ਼ਰੂਰੀ ਆ ਜਾਂ ਪਰਮੇਸ਼ਰ ਦੀ ਗੱਲ ਮੰਨਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਉਹਨਾਂ ਨੇ ਬਹੁਤ ਸੋਹਣਾ ਜਵਾਬ ਦਿੱਤਾ ਸੀਗਾ ਕਿ ਵੀ ਅਸੀਂ ਮਨੁੱਖਾਂ ਦੀ ਆਗਿਆ ਨੂੰ ਰੱਬ ਦੀ ਆਗਿਆ ਨਾਲੋਂ ਵੱਡਾ ਨਹੀਂ ਸਮਝਦੇ। ਸੋ ਇਹ ਸਾਡੇ ਲਈ ਵੀ ਉਨਾ ਹੀ ਸੱਚ ਆ ਕਿ ਜੇਕਰ ਸਾਨੂੰ ਪਰਮੇਸ਼ਰ ਦੇ ਕੰਮ ਨੂੰ ਰੋਕਣ ਵਾਸਤੇ ਸਰਕਾਰਾਂ ਜਾਂ ਕੋਈ ਹੋਰ ਚੀਜ਼ ਰੋਕਦੀ ਹੈ ਤੇ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪਾਸਟਰ ਹੁਣ ਸਾਨੂੰ ਇਸ ਚੀਜ਼ ਨੂੰ ਮੈਸੇਜ ਪਾਉਂਦੇ ਨੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਆਉਣ ਵਾਲੇ ਸਮੇਂ ਸਰਕਾਰਾਂ ਨੇ ਕਹਿਣਾ ਚਰਚ ਬੰਦ ਕਰ ਦਿਓ, ਹੁਣ ਵੀ ਕਹਿੰਦੇ ਨੇ ਤੇ ਆਮ ਬਿਆਨ ਆਉਂਦੇ ਨੇ ਕਿ ਚਰਚ ਬੰਦ ਕਰ ਦਿੱਤੇ ਜਾਣਗੇ, ਇੱਥੋਂ ਮਸੀਹੀ ਲੋਕ ਵੀ ਤੇ ਬਾਕੀ ਹੋਰ ਵੀ ਕੌਮਾਂ ਦੇ ਕਈਆਂ ਦਾ ਜ਼ਿਕਰ ਕੀਤੇ ਨੇ ਵੀ ਇੱਥੋਂ ਜਿਹੜੇ ਦੇਸ਼ 'ਚੋਂ ਦੇਸ਼ ਨਿਕਾਲਾ ਦੇ ਦਿੱਤਾ ਜਾਊਗਾ। ਤਾਂ ਫਿਰ ਉਹ ਵੀ ਤਾਂ ਸਰਕਾਰ ਦੇ ਲੋਕ ਹੀ ਤਾਂ ਕਹਿ ਰਹੇ ਨੇ। ਫਿਰ ਜਿਹੜੇ ਇੱਦਾਂ ਦੇ ਵਚਨ ਭੇਜਦੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਹੀ ਆਪਣਾ ਬੋਰੀ ਬਿਸਤਰਾ ਬੰਨ੍ਹ ਲੈਣ। ਭਾਈ ਹੁਣ ਤਾਂ ਸਰਕਾਰ ਤਾਂ ਚਾਹੁੰਦੀ ਨਹੀਂ ਵੀ ਚਰਚ ਖੁੱਲ੍ਹੇ। ਸੋ ਇਸ ਲਈ ਤੁਸੀਂ ਇਹ ਦੇਖੋ ਵੀ ਤੁਹਾਡੇ ਲਈ ਆਗਿਆ ਕਿਹਦੀ ਵੱਡੀ ਆ, ਉਹਨਾਂ ਲੋਕਾਂ ਦੀ, ਬੰਦਿਆਂ ਦੀ ਜਾਂ ਪਰਮੇਸ਼ਰ ਦੀ। ਸੋ ਮੈਂ ਇਹੀ ਕਹਿਣਾ ਚਾਹੂੰਗਾ ਕਿ ਉਹਨਾਂ ਨੂੰ ਪਰਮੇਸ਼ਰ ਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ ਕਿਉਂਕਿ ਪਰਮੇਸ਼ਰ ਦੀ ਆਗਿਆ ਕਿਸੇ ਵੀ ਮਨੁੱਖ ਦੀ ਆਗਿਆ ਨਾਲੋਂ ਵੱਡੀ। ਇਸ ਦੇ ਸੰਬੰਧ ਵਿੱਚ ਪਾਸ ਵੀ ਕੀ ਤੁਸੀਂ ਸਾਨੂੰ ਕੋਈ ਪੁਰਾਣੇ ਨੇਮ ਦੇ ਵਿੱਚੋਂ ਬਾਈਬਲ ਦੀ ਸ਼ੁਰੂਆਤ 'ਚੋਂ ਕੋਈ ਐਗਜ਼ਾਮਪਲ ਦੇ ਸਕਦੇ ਹਾਂ? ਦੇਖੋ ਬਾਈਬਲ ਦੇ ਵਿੱਚ ਹਜ਼ਾਰਾਂ ਹੀ ਇੱਦਾਂ ਦੀਆਂ ਐਗਜ਼ਾਮਪਲਾਂ ਨੇ। ਬਹੁਤ ਅੱਛੀ ਗੱਲ ਤੁਸੀਂ ਪੁੱਛੀ ਆ।
ਜੇ ਤੁਸੀਂ ਸ਼ੁਰੂ ਤੋਂ ਹੀ ਚੱਲ ਪਾਓਗੇ, ਪੁਰਾਣੇ ਨਿਯਮ ਤੋਂ ਚੱਲ ਪਾਓ, ਤਾਂ ਤੁਹਾਨੂੰ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਆ ਜਾਣਗੀਆਂ। ਗਿਣਤੀ ਦੀ ਕਿਤਾਬ ਜੇ ਤੁਸੀਂ ਜਾਓ ਤਾਂ ਉਹਦੇ 23 ਅਧਿਆਏ ਦੇ ਵਿੱਚ ਤੁਸੀਂ ਇੱਥੇ ਬਿਲਿਆਮ ਦੇ ਬਾਰੇ ਅਸੀਂ ਪੜ੍ਹਦੇ ਹਾਂ, ਜਿੱਥੇ ਰਾਜਾ ਨੇ ਉਹਨੂੰ ਲੋਕਾਂ ਨੂੰ ਸ਼ਰਾਪ ਦੇਣ ਨੂੰ ਸੱਦਿਆ। ਇਜ਼ਰਾਈਲ ਦੇ ਲੋਕਾਂ ਨੂੰ ਹੀ, ਮਤਲਬ ਕਿ ਰੱਬ ਦੇ ਲੋਕਾਂ ਨੂੰ ਹੀ ਸ਼ਰਾਪ ਦੇਣ ਨੂੰ ਸੱਦਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜੇ ਇਹ ਸ਼ਰਾਪ ਦੇਗਾ ਤਾਂ ਸ਼ਰਾਪੀ ਹੋ ਜਾਣਗੇ। ਤੇ ਉਹ ਇੱਕ ਰਾਜਾ ਸੀ, ਰਾਜੇ ਦੇ ਕਹੇ ਤੇ ਵੀ, ਤੇ ਜਦੋਂ ਉਹ ਉੱਥੇ ਰੱਬ ਦਾ ਬੰਦਾ ਪਹੁੰਚਦਾ ਹੈ, ਤੁਸੀਂ ਸਾਰਿਆਂ ਨੇ ਪੜ੍ਹਿਆ ਹੋਣਾ ਬਾਣੀ ਦੇ ਵਿੱਚੋਂ, ਉਹਨੇ ਸ਼ਰਾਪ ਨਹੀਂ ਦਿੱਤਾ ਬਲਕਿ ਉਹਨਾਂ ਨੂੰ ਅਸੀਸ ਹੀ ਦਿੱਤੀ। ਰਾਜਾ ਉਸ ਤੇ ਕ੍ਰੋਧਵਾਨ ਹੋਇਆ ਵੀ ਮੈਂ ਤਾਂ ਤੈਨੂੰ ਸ਼ਰਾਪ ਦੇਣ ਨੂੰ ਸੱਦਿਆ, ਤੂੰ ਉਹਨਾਂ ਨੂੰ ਅਸੀਸ ਦੇ ਰਿਹਾ। ਤੇ ਉਹ ਕਹਿੰਦਾ ਵੀ ਜਿਹਨੂੰ ਰੱਬ ਨੇ ਅਸੀਸ ਦਿੱਤੀ ਉਹਨੂੰ ਮੈਂ ਕਿੱਦਾਂ ਸ਼ਰਾਪ ਦੇ ਸਕਦਾ। ਦੂਜੀ ਉਦਾਹਰਣ, ਜੇ ਤੁਸੀਂ ਦਾਨੀਏਲ ਦੀ ਕਿਤਾਬ ਦੇ ਵਿੱਚ ਜਾਓ ਤਾਂ ਦਾਨੀਏਲ ਦੀ ਕਿਤਾਬ ਦੇ ਤੁਸੀਂ ਇੱਕ ਅਧਿਆਏ ਦੇ ਵਿੱਚ ਹੀ ਜਾ ਕੇ ਪਾ ਸਕਦੇ ਹੋ। ਇੱਕ ਅਧਿਆਏ ਦੇ ਵਿੱਚ ਅਸੀਂ ਸ਼ਦਰਕ, ਮੇਸ਼ਕ, ਅਬੇਦਨਗੋ ਤੇ ਦਾਨੀਏਲ ਦੇ ਬਾਰੇ ਪੜ੍ਹਦੇ ਹਾਂ, ਜਿੱਥੇ ਰਾਜੇ ਦੀ ਇਹ ਸਖਤ ਹਦਾਇਤ ਸੀਗੀ ਕਿ ਇਹਨਾਂ ਨੂੰ ਕਿਹੜਾ ਚੀਜ਼ਾਂ ਖਾਣ ਨੂੰ ਦੇਣੀਆਂ, ਤੇ ਰਾਜੇ ਨੇ ਉਹਨਾਂ ਵਾਸਤੇ ਭੋਜਨ ਠਹਿਰਾਇਆ, ਉਹਨਾਂ ਨੂੰ ਪੀਣ ਨੂੰ ਜੋ ਕੁਝ ਮੱਧ ਦੇਣੀ, ਸ਼ਰਾਬ ਦੇਣੀ ਆ, ਜੋ ਉਹਨੂੰ ਭੇਂਟ ਖਾਣਾ ਜਿਹੜਾ ਸੀਗਾ ਜੋ ਦੇਣਾ ਆ, ਉਹ ਉਹਨਾਂ ਲਈ ਮੁਕਰਰ ਕੀਤਾ ਗਿਆ। ਲੇਕਿਨ ਬਾਣੀ ਦੇ ਵਿੱਚ ਤੁਸੀਂ ਪੜ੍ਹਦੇ ਆ ਤੇ ਉੱਥੇ 8 ਆਇਤ ਦੇ ਵਿੱਚ ਲਿਖਿਆ ਕਿ ਜਿਹੜਾ ਦਾਨੀਏਲ ਸੀਗਾ ਉਹਨੇ ਆਪਣੇ ਦਿਲ ਦੇ ਵਿੱਚ ਪਹਿਲਾਂ ਹੀ ਇਹ ਧਾਰ ਲਿਆ ਸੀਗਾ ਕਿ ਮੈਂ ਇਹ ਕੰਮ ਨਹੀਂ ਕਰਨਾ, ਮੈਂ ਰਾਜੇ ਦੀ ਗੱਲ ਇਹ ਨਹੀਂ ਮੰਨਣੀ। ਤਾਂ ਉਸਨੇ ਉਸ ਜਗ੍ਹਾ ਤੇ ਜੋ ਉਹਦਾ ਆਪਣਾ ਆਤਮਾ ਉਹਨੂੰ ਜੋ ਕਹਿੰਦਾ ਆ, ਉਸਨੇ ਉਸ ਦੀ ਸੁਣੀ ਕਿ ਮੈਂ ਆਪਣੇ ਆਪ ਨੂੰ ਭ੍ਰਿਸ਼ਟ ਕਿਉਂ ਕਰਾਂ। ਤੇ ਉਸ ਵੇਲੇ ਸ਼ਦਰਕ, ਮੇਸ਼ਕ, ਅਬੇਦਨਗੋ ਤੇ ਦਾਨੀਏਲ ਦੇ ਬਾਰੇ ਅਸੀਂ ਪਹਿਲੇ ਅਧਿਆਇ 'ਚ ਹੀ ਪੜ੍ਹਦੇ ਹਾਂ, ਤਾਂ ਉਹਨਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ। ਉਹਨਾਂ ਨੇ ਉਹ ਖਾਣਾ ਖਾਣ ਤੋਂ ਇਨਕਾਰ ਕਰਤਾ ਜੋ ਰਾਜੇ ਨੇ ਉਹਨਾਂ ਨੂੰ ਸਥਾਪਿਤ ਕੀਤਾ। ਤੇ ਅਗਲੀ ਗੱਲ ਦੇ ਵਿੱਚ ਜੇ ਤੁਸੀਂ ਜਾਓ ਤਾਂ ਦਾਨੀਏਲ ਦੇ ਬਾਰੇ ਤੁਸੀਂ ਪੜ੍ਹ ਸਕਦੇ ਹੋ। ਦਾਨੀਏਲ ਦੇ ਬਾਰੇ ਬਹੁਤ ਹੀ ਖੂਬਸੂਰਤੀ ਦੇ ਨਾਲ ਜਦੋਂ ਅਸੀਂ 3 ਅਧਿਆਏ ਦੇ ਵਿੱਚ ਉਹਦੇ 1 ਤੋਂ 3 ਤੱਕ ਪੜ੍ਹਦੇ ਹਾਂ ਤਾਂ ਉੱਥੇ ਲਿਖਿਆ ਸਾਰਿਆਂ ਦਾ ਜ਼ਿਕਰ ਕੀਤਾ ਗਿਆ। ਉੱਥੇ ਜੱਜ ਵੀ ਸੀਗੇ, ਉੱਥੇ ਬੜੇ ਨਿਆਂਪਾਲਕਾ ਜਿਹੜੇ ਨਿਆਂ ਕਰਨ ਵਾਲੇ ਨਿਆਈ ਸੀਗੇ, ਔਰ ਬਹੁਤ ਜ਼ਿਆਦਾ ਲੋਕ ਜਿਹੜੇ ਪੜ੍ਹੇ ਲਿਖੇ ਵਿਦਵਾਨ ਸੀਗੇ, ਅਧਿਕਾਰੀ ਸੀਗੇ, ਸਾਰੇ ਦੇ ਸਾਰੇ ਉੱਥੇ ਇਕੱਠੇ ਕੀਤੇ। ਉਹਨਾਂ ਨੇ ਇੱਕ ਮੂਰਤ ਦੀ ਸਥਾਪਨਾ ਕੀਤੀ ਔਰ ਉਹਨਾਂ ਨੇ ਸਪੈਸ਼ਲੀ ਇਹ ਗੱਲ ਕਹੀ ਸੀਗੀ ਬਈ ਇਸ ਮੂਰਤ ਦੇ ਅੱਗੇ ਸਾਰੇ ਮੱਥਾ ਟੇਕਣਗੇ, ਇਹ ਰਾਜੇ ਦਾ ਫਰਮਾਨ ਆ। ਉਹ ਸਾਰੇ ਅਧਿਕਾਰੀਆਂ ਦਾ ਹੁਕਮ ਸੀ, ਪਰ ਉਸ ਵਕਤ ਦਾਨੀਏਲ ਨੇ ਉਹਨਾਂ ਦੀ ਗੱਲ ਨਹੀਂ ਮੰਨੀ। ਠੀਕ ਹੈ, ਦਾਨੀਏਲ ਦੇ ਅੰਦਰ ਅਣਖ ਸੀ ਆਪਣੇ ਪਰਮੇਸ਼ਵਰ ਲਈ ਕਿ ਮੇਰਾ ਪਰਮੇਸ਼ਵਰ, ਮੈਂ ਜਿਹਦੀ ਆਰਾਧਨਾ ਕਰਦਾ ਮੈਂ ਤਾਂ ਸਿਰਫ ਉਹਦੀ ਹੀ ਆਰਾਧਨਾ ਕਰਾਂਗਾ। ਜੇ ਤੁਸੀਂ ਅੱਗੇ ਜਾ ਕੇ ਵੀ ਪੜ੍ਹੋ ਤਾਂ ਤੁਹਾਨੂੰ ਸਾਰੀ ਗੱਲ ਸਮਝ ਲੱਗ ਜਾਏਗੀ। ਤੇ 12 ਆਇਤ ਦੇ ਵਿੱਚ ਲਿਖਿਆ ਕਿ ਦਾਨੀਏਲ ਨੇ ਕੀ ਨਹੀਂ ਕੀਤਾ, ਉਹਨਾਂ ਦੀ ਗੱਲ ਨਹੀਂ ਮੰਨੀ। ਸੋ ਉਹ ਇੱਕ ਦੇਖਿਆ ਜਾਵੇ ਤਾਂ ਉਹਨੇ ਰਾਜੇ ਦੀ ਗੱਲ ਨੂੰ ਰੱਦ ਕਰਤਾ। ਜਦੋਂ ਗੱਲ ਪਰਮੇਸ਼ਵਰ ਦੀ ਆਉਂਦੀ ਹੈ ਤਾਂ ਸਾਡੇ ਅੱਗੇ ਇਸ ਇੱਕ ਜਿਹੜੀ ਅਣਖ ਹੈ ਉਹ ਆਉਣੀ ਚਾਹੀਦੀ ਹੈ। ਜੇ ਕਿ ਬਾਣੀ ਦੇ ਵਿੱਚ ਲਿਖਿਆ ਕਿ ਮਾਂ-ਬਾਪ ਦਾ ਆਦਰ ਕਰੋ, ਸਰਕਾਰਾਂ ਦੇ ਅਧੀਨ ਰਹੋ, ਸਭ ਕੁਝ ਬਾਈਬਲ 'ਚ ਲਿਖਿਆ ਹੋਇਆ। ਪਰ ਜੇ ਉਹੀ ਚੀਜ਼ਾਂ ਤੁਹਾਨੂੰ ਪਰਮੇਸ਼ਵਰ ਦੇ ਪਿੱਛੇ ਚੱਲਣ ਤੋਂ ਰੋਕਣ, ਜਾਂ ਤੁਹਾਡੇ ਪਰਮੇਸ਼ਵਰ ਦਾ ਪ੍ਰਚਾਰ ਬੰਦ ਕਰਨ ਦੀ ਗੱਲ ਕਰਨ, ਜਾਂ ਪਰਮੇਸ਼ਵਰ ਦੀ ਆਗਿਆ ਨੂੰ ਨਾ ਮੰਨਣ ਦੀ ਗੱਲ ਕਰਨ, ਤਾਂ ਮੇਰਾ ਖਿਆਲ ਹੈ ਕਿ ਉੱਥੇ ਅਗਰ ਉਹਨਾਂ ਦੀ ਆਗਿਆ ਨੂੰ ਤੋੜ ਵੀ ਦਿੰਦੇ ਹੋ ਤਾਂ ਉਹ ਕੋਈ ਪਾਪ ਨਹੀਂ ਹੈ, ਕਿਉਂਕਿ ਪਰਮੇਸ਼ਵਰ ਦੀ ਗੱਲ ਮੰਨਣੀ ਜਿਹੜੀ ਸਾਡੇ ਲਈ ਪਹਿਲ ਦੇ ਆਧਾਰ ਤੇ ਹੈ। ਜੇ ਅਸੀਂ ਦਾਨੀਏਲ ਦੀ ਕਿਤਾਬ ਦੇ 6 ਅਧਿਆਏ ਵਿੱਚ ਵੀ ਆਈਏ ਤਾਂ ਮੈਂ ਤੁਹਾਨੂੰ ਇਹ ਰੈਫਰੈਂਸ ਜਿਹੜੇ ਦੇ ਰਿਹਾ ਬਾਈਬਲ ਦੇ ਵਿੱਚ ਲਿਖੇ ਹੋਏ ਨੇ, ਤੁਸੀਂ ਪੜ੍ਹ ਸਕਦੇ ਹੋ। 6 ਦੀ 7 ਆਇਤ ਨੂੰ ਜੇ ਤੁਸੀਂ ਪੜ੍ਹਦੇ ਹੋ ਤਾਂ ਉੱਥੇ ਲਿਖਿਆ ਕਿ ਉਹਨਾਂ ਨੇ ਜਿਹੜੇ ਸੀਗੇ ਉਹਨਾਂ ਦੇ ਸਾਰੇ ਹੀ ਸਲਾਹਕਾਰ, ਜਿੰਨੇ ਵੀ ਉਹਨਾਂ ਦੇ ਠਹਿਰਾਏ ਹੋਏ ਨਿਆਈ ਸੀਗੇ, ਸਾਰੇ ਇਕੱਠੇ ਕੀਤੇ। ਉਹਨਾਂ ਨੇ ਬਹੁਤ ਵੱਡਾ ਇੱਕ ਫੈਸਲਾ ਲੈ ਲਿਆ ਕਿ ਹੁਣ ਤੋਂ ਰਾਜਾ ਵੀ ਜਿੰਨੇ ਵੀ ਲੋਕ ਆ ਤੈਨੂੰ ਹੀ ਮੱਥਾ ਟੇਕਣ, ਹੋਰ ਕਿਸੇ ਨੂੰ ਮੱਥਾ ਨਾ ਟੇਕਣ, ਨਾ ਕਿਸੇ ਦੇ ਅੱਗੇ ਪ੍ਰਾਰਥਨਾ ਕਰਨ। ਤੇ ਜਦੋਂ ਅਸੀਂ ਬਾਣੀ ਦੇ ਵਿੱਚ 10 ਆਇਤ ਦੇ ਵਿੱਚ ਪੜ੍ਹਦੇ ਹਾਂ ਤਾਂ ਲਿਖਿਆ ਆ ਕਿ ਜਦੋਂ ਦਾਨੀਏਲ ਨੂੰ ਇਹ ਗੱਲ ਦਾ ਪਤਾ ਲੱਗਾ ਤਾਂ ਉਹ ਆਪਣੇ ਘਰ ਵਿੱਚ ਗਿਆ ਤੇ ਆਪਣੀ ਕੋਠੜੀ 'ਚ ਵੜ ਕੇ ਉਹਨੇ ਕੀ ਕੀਤਾ ਕਿ ਆਪਣਾ ਜਿੱਦਾਂ ਉਹ ਅੱਗੇ ਪ੍ਰਾਰਥਨਾ ਕਰਦਾ ਸੀ ਉਹਨੇ ਉਸੇ ਤਰ੍ਹਾਂ ਪ੍ਰਾਰਥਨਾ ਜਾਰੀ ਰੱਖੀ। ਉਹਨੇ ਰਾਜੇ ਦੀ ਗੱਲ ਨਹੀਂ ਮੰਨੀ। ਹੁਣ ਇੱਥੇ ਤੁਸੀਂ ਮੈਨੂੰ ਕੀ ਕਹੋਗੇ ਕਿ ਉਹ ਹਕੂਮਤਾਂ ਦੇ ਅਧੀਨ ਨਹੀਂ ਸੀਗੇ ਜੀ, ਉਹਨਾਂ ਨੇ ਨਾਫਰਮਾਨੀ ਕੀਤੀ। ਜੇ ਉਹਨਾਂ ਨੇ ਨਾਫਰਮਾਨੀ ਕੀਤੀ, ਜੇ ਉਹਨਾਂ ਨੇ ਆਗਿਆ ਨਹੀਂ ਮੰਨੀ, ਤਾਂ ਰੱਬ ਨੇ ਉਹਨਾਂ ਨੂੰ ਉਸ ਬਲ ਦੀ ਭੱਠੀ ਤੋਂ, ਸ਼ੇਰਾਂ ਦੇ ਘੁਰਨੇ ਤੋਂ ਕਿਉਂ ਬਚਾਇਆ? ਜੇ ਉਹ ਪਰਮੇਸ਼ਵਰ ਦੇ ਦੋਸ਼ੀ ਸਨ, ਉਹਨਾਂ ਨੇ ਪਰਮੇਸ਼ਵਰ ਦੇ ਹੁਕਮ ਨੂੰ ਤੋੜਿਆ ਸੀ, ਤਾਂ ਫਿਰ ਉਹਨਾਂ ਨੂੰ ਤਾਂ ਰਾਜਿਆਂ ਦੇ ਅਧੀਨ ਰਹਿ ਕੇ ਉਹ ਮੂਰਤ ਨੂੰ ਮੱਥਾ ਟੇਕ ਲੈਣਾ ਚਾਹੀਦਾ ਸੀ, ਉਹਨਾਂ ਨੂੰ ਤਾਂ ਚੜਾਵੇ ਖਾ ਲੈਣੇ ਚਾਹੀਦੇ ਸੀ, ਉਹਨਾਂ ਨੂੰ ਤਾਂ ਉਹ ਜਿਹੜੀਆਂ ਭ੍ਰਿਸ਼ਟ ਚੀਜ਼ਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਉਹ ਖਾ ਲੈਣਾ ਚਾਹੀਦਾ ਸੀ, ਪਰ ਉਹਨਾਂ ਨੇ ਨਹੀਂ ਖਾਧਾ। ਇਹਦਾ ਮਤਲਬ ਇਹ ਆ ਕਿ ਸਾਡੇ ਅੰਦਰ ਜਿਹੜੀ ਖੁਦਾ ਲਈ ਜਿਹੜੀ ਅਣਖ ਆ ਉਹ ਜਿਉਂਦੀ ਤੇ ਜਾਗਦੀ ਹੋਣੀ ਚਾਹੀਦੀ ਆ। ਕਿਉਂਕਿ ਜੇ ਸਮੇਂ-ਸਮੇਂ ਤੇ ਤੁਸੀਂ ਪੁਰਾਣੇ ਨਿਯਮ 'ਚ ਦੇਖੋ, ਮੈਂ ਥੋੜੀ ਗੱਲ ਲੰਬੀ ਲੈ ਕੇ ਜਾ ਰਿਹਾ, ਸੌਰੀ ਆ, ਮੂਸਾ ਦੇ ਸਮੇਂ ਦੇ ਵਿੱਚ ਵੀ ਉਹਨੇ ਫਿਰੌਨ ਦਾ ਸਾਹਮਣਾ ਕੀਤਾ। ਪਰਮੇਸ਼ਵਰ ਨੇ ਖੁਦ ਉਹਨੂੰ ਕਿਹਾ ਕਿ ਫਿਰੌਨ ਦਾ ਸਾਹਮਣਾ ਕਰ। ਫਿਰੌਨ ਰਾਜਾ ਸੀ,
ਜੇ ਰਾਜਾ ਜਦੋਂ ਪ੍ਰਜਾ ਦੇ ਉੱਤੇ ਜ਼ੁਲਮ ਢਾ ਰਿਹਾ ਤੇ ਫਿਰ ਉਸ ਵਕਤ ਪਰਮੇਸ਼ਵਰ ਨੇ ਉਹਨਾਂ ਨੂੰ ਉਸ ਗੁਲਾਮੀ ਦੇ ਦੇਸ਼ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਆਪਣੇ ਦਾਸ ਨੂੰ ਖੜਾ ਕੀਤਾ ਤੇ ਬਾਰ-ਬਾਰ ਉਹ ਜਾ ਕੇ ਉਹਦੇ ਸਾਹਮਣੇ ਖੜਾ ਹੁੰਦਾ ਸੀ, ਬਾਰ-ਬਾਰ ਉਹਦਾ ਵਿਰੋਧ ਕਰਦਾ ਸੀ ਕਿ ਤੂੰ ਇਹਨਾਂ ਲੋਕਾਂ ਨੂੰ ਜਾਣ ਦੇ। ਪਰ ਜੇ ਤੁਸੀਂ ਅੱਗੇ ਜਾ ਕੇ ਦੇਖੋ ਐਸਤਰ ਦੇ ਬਾਰੇ ਵੀ, ਮੈਂ ਪੁਰਾਣੇ ਨੇਮ ਚੋਂ ਜਿਵੇਂ ਤੁਹਾਨੂੰ ਸਵਾਲ ਪੁੱਛਿਆ ਮੈਂ ਉਹਦਾ ਜਵਾਬ ਦੇ ਰਿਹਾ। ਐਸਤਰ ਜਿਹੜੀ ਸੀ ਇੱਕ ਮਹਾਰਾਣੀ ਸੀ, ਔਰ ਤੁਹਾਨੂੰ ਸ਼ਾਇਦ ਪਤਾ ਹੈ, ਸਾਰੇ ਬਾਈਬਲ ਨੂੰ ਪੜ੍ਹਨ ਵਾਲੇ ਹੋ, ਐਸਤਰ ਇੱਕ ਮਹਾਰਾਣੀ ਹੋ ਕੇ ਵੀ ਜਦ ਉਹਨੂੰ ਪਤਾ ਲੱਗ ਗਿਆ ਕਿ ਯਹੂਦੀ ਕੌਮ ਸਾਰੀ ਜਿਹੜੀ ਖਤਰੇ ਦੇ ਵਿੱਚ ਆ, ਸਾਰੀ ਯਹੂਦੀ ਕੌਮ ਲਈ ਤਾਂ ਮਤਾ ਪਾ ਦਿੱਤਾ ਗਿਆ, ਰਾਜੇ ਦੇ ਵੱਲੋਂ ਤਾਂ ਉਹਦੇ ਤੇ ਹਸਤਾਖਰ ਹੋ ਗਿਆ, ਮੋਹਰ ਲੱਗ ਗਈ ਆ ਵੀ ਜਿਹੜੀ ਜਿੰਨੀ ਯਹੂਦੀ ਕੌਮ ਹੈ ਸਾਰੀ ਖਤਮ ਕਰ ਦਿੱਤੀ ਜਾਵੇ। ਪਰ ਉਸ ਵਕਤ ਐਸਤਰ ਨੇ ਕੀ ਕੀਤਾ, ਐਸਤਰ ਨੇ ਜਾਣੀ ਕਿ ਕਾਨੂੰਨ ਦੇ ਉਲਟ ਜਾ ਕੇ ਉਹਨੇ ਵਰਤ ਰੱਖ ਕੇ ਉਹਨੇ ਉਹ ਕੰਮ ਕੀਤਾ ਜਿਹੜਾ ਉਸ ਵਕਤ ਮਹਾਰਾਣੀ ਨਹੀਂ ਕਰ ਸਕਦੀ ਸੀ। ਤੇ ਮੁਰਦੇਕਾਈ ਨੇ ਉਹਨੂੰ ਕਿਹਾ ਸੀ, ਕਹਿੰਦੇ ਕਿ ਜੇ ਤੂੰ ਇਸ ਵੇਲੇ ਚੁੱਪ ਰਹੂੰਗੀ ਤਾਂ ਇਹ ਲੋਕਾਂ ਨੂੰ ਰੱਬ ਨੇ ਫੇਰ ਹੋਰ ਕਿਸ ਤਰੀਕੇ ਨਾਲ ਬਚਾ ਲੈਣਾ, ਪਰ ਤੂੰ ਇਹ ਸੋਚੀ ਵੀ ਤੇਰਾ ਕੀ ਬਣੂਗਾ। ਸੋ ਐਸਤਰ ਨੇ ਉਸ ਵਕਤ ਆਪਣੀ ਜਾਨ ਦੀ ਪਰਵਾਹ ਨਾ ਕੀਤੀ, ਔਰ ਇੱਥੇ ਲਿਖਿਆ ਆ, ਕਹਿੰਦਾ ਜੇ ਮੈਂ ਮਿਟ ਗਈ ਤਾਂ ਮੈਂ ਮਿਟ ਗਈ, ਪਰ ਫਿਰ ਵੀ ਮੈਂ ਕਾਨੂੰਨ ਦੇ ਅਗੇਂਸਟ ਜਾ ਕੇ ਕੀ ਕਰੂੰਗੀ, ਰਾਜਾ ਨਾਲ ਗੱਲ ਕਰੂੰਗੀ। ਸੋ ਉਸ ਨੇ ਕਾਨੂੰਨ ਨੂੰ ਤੋੜਿਆ, ਪਰ ਉਹ ਕਾਨੂੰਨ ਤੋੜਨ ਦੇ ਨਾਲ ਸਾਰੀ ਯਹੂਦੀ ਕੌਮ ਬਚ ਗਈ। ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਰਾਜੇ ਰੱਬ ਵੱਲੋਂ ਠਹਿਰਾਏ ਗਏ ਨੇ ਤੇ ਰਾਜਿਆਂ ਕੋਲ ਗਲਤੀ ਨਹੀਂ ਹੋ ਸਕਦੀ, ਗਲਤੀਆਂ ਹੁੰਦੀਆਂ ਨੇ। ਜੇ ਤੁਸੀਂ ਪੁਰਾਣੇ ਨੇਮ 'ਚ ਜਾਓ ਤਾਂ ਦਾਊਦ ਕੋਲ ਵੀ ਗਲਤੀਆਂ ਹੋਈਆਂ ਸੀ, ਰਾਜਾ ਸੀ, ਤੇ ਰੱਬ ਦੇ ਸੇਵਕ ਉਹਦੇ ਕੋਲ ਜਾਂਦੇ ਆ ਤੇ ਉਹਨੂੰ ਜਾ ਕੇ ਸਮਝਾਉਂਦੇ ਆ ਵੀ ਤੂੰ ਆਹ ਕੰਮ ਜਿਹੜਾ ਕੀਤਾ ਉਹ ਗਲਤ ਆ। ਤਾਂ ਜਿਹੜੇ ਰੱਬ ਦੇ ਸੇਵਕ ਹੁੰਦੇ ਨੇ ਉਹ ਰਾਜਿਆਂ ਨੂੰ ਨਿਯੁਕਤ ਕਰਨ ਵਾਲੇ ਹੁੰਦੇ ਨੇ, ਰਾਜਿਆਂ ਦੇ ਥੱਲੇ ਨਹੀਂ ਹੁੰਦੇ, ਰਾਜਿਆਂ ਦੇ ਉੱਪਰ ਹੁੰਦੇ ਨੇ। ਤੇ ਮੈਂ ਇਹਦੀ ਇੱਕ ਫੋਰ ਐਗਜ਼ਾਮਪਲ ਤੁਹਾਨੂੰ ਦੱਸ ਦਿੰਦਾ। ਬਿਲੀ ਗ੍ਰਾਹਮ ਬਹੁਤ ਅੱਛੇ ਰੱਬ ਦੇ ਸੇਵਕ ਸੀਗੇ, ਉਹਨਾਂ ਨੂੰ ਅਮਰੀਕਾ ਦੇ ਵਿੱਚ ਕਈ ਵਾਰੀ ਉਹਨਾਂ ਨੂੰ ਰਾਸ਼ਟਰਪਤੀ ਹੋਣ ਦੇ ਲਈ ਚੁਣਿਆ ਜਾਣਾ ਸੀਗਾ, ਤੇ ਉਹਨੂੰ ਕਹਿੰਦੇ ਤੁਹਾਨੂੰ ਅਸੀਂ ਰਾਸ਼ਟਰਪਤੀ ਬਣਾਉਣਾ ਚਾਹੁੰਦੇ, ਤੇ ਉਹਨਾਂ ਦਾ ਇੱਕੋ ਹੀ ਜਵਾਬ ਸੀ, ਕਹਿੰਦੇ ਤੁਸੀਂ ਮੇਰੀ ਪਦਵੀ ਤੋਂ ਮੈਨੂੰ ਥੱਲੇ ਲੈ ਕੇ ਆਉਣਾ ਚਾਹੁੰਦੇ ਆ, ਕਿਉਂਕਿ ਜਿਹੜੀ ਪਦਵੀ ਮੈਨੂੰ ਰੱਬ ਨੇ ਬਖਸ਼ੀ ਆ ਉਹ ਰਾਸ਼ਟਰਪਤੀ ਦੀ ਪਦਵੀ ਤੋਂ ਉੱਪਰ ਆ। ਸੋ ਇਸ ਲਈ ਜਿਹੜੇ ਰੱਬ ਦੇ ਸੇਵਕ ਹੁੰਦੇ ਨੇ ਉਹ ਰਾਜਿਆਂ ਦੇ ਅਧੀਨ ਨਾ ਰੱਖੋ ਉਹਨਾਂ ਨੂੰ, ਜਿਹੜੇ ਰਾਜੇ ਨੇ ਉਹ ਉਹਨਾਂ ਨੂੰ ਰੱਬ ਦੇ ਸੇਵਕਾਂ ਦੇ ਅਧੀਨ। ਪੁਰਾਣੇ ਨੇਮ ਤੁਸੀਂ ਇਸ ਅਵਸਥਾ ਨੂੰ ਪੜ੍ਹ ਸਕਦੇ ਹੋ ਕਿ ਜਿੰਨੇ ਵੀ ਰਾਜੇ ਸੀਗੇ ਉਹ ਰੱਬ ਦੇ ਸੇਵਕਾਂ ਦੀ, ਸੰਤਾਂ ਦੀ ਇੱਜ਼ਤ ਕਰਦੇ ਸੀ, ਤੇ ਸਿਰਫ ਰਾਜਿਆਂ ਦੇ ਉੱਪਰ ਇੱਕੋ ਹੀ ਬੰਦੇ ਹੁੰਦੇ ਸੀ, ਉਹ ਸੀਗੇ ਰੱਬ ਦੇ ਸੰਤ ਜਿਹੜੇ ਉਹਨਾਂ ਨੂੰ ਸੁਧਾਰਦੇ ਸੀਗੇ। ਸੋ ਇਸ ਤਰ੍ਹਾਂ ਬਾਈਬਲ ਦੇ ਵਿੱਚ ਗਿਦੋਨ ਦੇ ਬਾਰੇ ਵੀ ਪੜ੍ਹ ਸਕਦੇ ਹਾਂ, ਔਰ ਯਹੋਸ਼ੂਆ ਦੇ ਬਾਰੇ ਵੀ ਪੜ੍ਹ ਸਕਦੇ ਹਾਂ। ਤੁਸੀਂ ਹੋਰ ਵੀ ਬਹੁਤ ਸਾਰੀਆਂ ਉਦਾਹਰਨਾਂ ਦੇਖ ਸਕਦੇ ਹੋ ਜਿਨ੍ਹਾਂ ਨੇ ਰਾਤੋਂ ਰਾਤ ਜਾ ਕੇ ਸਾਰੇ ਟੁੰਡ ਮੁੰਡ ਤੋੜ ਦਿੱਤੇ। ਉਹ ਰਾਜਿਆਂ ਦੀਆਂ ਆਗਿਆਵਾਂ ਦੇ ਉਲਟੇ ਸੀ, ਤੇ ਉਹਨਾਂ ਨੇ ਕਿਹਦੀ ਪਰਵਾਹ ਕੀਤੀ, ਉਹਨਾਂ ਨੇ ਕਿਸ ਚੀਜ਼ ਨੂੰ ਮੋਹਰੇ ਰੱਖਿਆ, ਉਹਨਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਉਹ ਪਰਮੇਸ਼ਵਰ ਸੀ, ਇਸ ਲਈ ਉਹਨਾਂ ਨੇ ਪਰਮੇਸ਼ਵਰ ਦੀ ਆਗਿਆਵਾਂ ਦਾ ਪਾਲਣ ਕੀਤਾ। ਇਸ ਗੱਲ ਨਾਲ ਪਾਸੇ ਆਪਾਂ ਸਹਿਮਤ ਹਾਂ ਕਿ ਇਹ ਇੱਕ ਹੋਰ ਪਾਸਟਰ ਵਿਕਾਸ ਦੇ ਦੁਆਰਾ ਇੱਕ ਹੋਰ ਜੋ ਰੈਫਰੈਂਸ ਦਿੱਤੀ ਗਈ ਸੀ ਬਾਈਬਲ ਦੇ ਵਿੱਚੋਂ, ਅਫਸੀਆਂ 6:5, ਜੋ ਕਿ ਕਹਿੰਦੀ ਹੈ ਕਿ ਜੋ ਸਾਡੇ ਸਰੀਰ ਦੇ ਸੰਬੰਧ ਕਰਕੇ ਸਾਡੇ ਮਾਲਕ ਨੇ, ਸਾਨੂੰ ਉਹਨਾਂ ਦੇ ਅਧੀਨ ਰਹਿਣਾ ਚਾਹੀਦਾ ਹੈ। ਤੇ ਇਸ ਦੇ ਬਾਰੇ ਥੋੜਾ ਦੱਸੋ ਸਾਨੂੰ। ਜਿਸ ਤਰ੍ਹਾਂ ਤੁਸੀਂ ਸਵਾਲ ਪੁੱਛਿਆ ਹੈ, ਮੇਰਾ ਖਿਆਲ ਹੈ ਕਿ ਇਹ ਸਵਾਲ ਇੱਥੇ ਬਣਦਾ ਨਹੀਂ ਸੀ। ਇਸ ਆਇਤ ਦਾ ਮਤਲਬ ਹੀ ਕੁਝ ਹੋਰ ਹੈ, ਤੇ ਜਿਹੜੇ ਸਾਨੂੰ ਸੁਣ ਰਹੇ ਉਹਨਾਂ ਨੂੰ ਪਤਾ ਹੋਣਾ। ਮੇਰੇ ਖਿਆਲ ਪਾਸਟਰ ਵਿਕਾਸ ਜਾਂ ਤਾਂ ਨਵੇਂ ਪਾਸਟਰ ਹੋਣਗੇ, ਜਾਂ ਉਹਨਾਂ ਨੂੰ ਹਜੇ ਤੱਕ ਇਸ ਦੀ ਨੌਲੇਜ ਨਹੀਂ ਹੋਣੀ, ਜਾਂ ਹਜੇ ਉਹਨਾਂ ਨੂੰ ਮਤਲਬ ਇਸ ਆਇਤ ਦਾ ਨਹੀਂ ਪਤਾ ਹੋਊਗਾ, ਅਰਥ ਨਹੀਂ ਪਤਾ ਹੋਊਗਾ। ਪਰ ਇਸ ਆਇਤ ਦਾ ਅਰਥ ਇਹ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਪੁਰਾਣੇ ਸਮੇਂ ਦੇ ਵਿੱਚ ਪਹਿਲੀਆਂ ਕਲੀਸਿਆਵਾਂ, ਉਸ ਵੇਲੇ ਗੁਲਾਮੀ ਦੀ ਪ੍ਰਥਾ ਜ਼ਿਆਦਾ ਸੀਗੀ। ਉਸ ਵੇਲੇ ਗੁਲਾਮ ਤੇ ਆਜ਼ਾਦ, ਜਾਣੀ ਕਿ ਕਹਿਣ ਦਾ ਮਤਲਬ ਕਿ ਉਸ ਵੇਲੇ ਦਾਸ ਨੌਕਰ ਜਿਹੜੇ ਨੇ ਇਹ ਆਮ ਤੌਰ ਤੇ ਵਿਕਦੇ ਸੀ। ਬਾਜ਼ਾਰਾਂ ਦੇ ਵਿੱਚ ਵੀ ਲੋਕ ਜਿਹੜੇ ਸੀ ਨੌਕਰਾਂ ਨੂੰ ਖਰੀਦ ਕੇ ਲੈ ਜਾਂਦੇ ਸੀਗੇ, ਤੇ ਜਿਹੜੇ ਲੋਕ ਵਿਕ ਜਾਂਦੇ ਸੀਗੇ ਜਾਂ ਜਿਹੜੇ ਲੋਕੀ ਗੁਲਾਮ ਹੁੰਦੇ ਸੀ, ਦਾਸ ਹੁੰਦੇ ਸੀ, ਤੇ ਉਹ ਜਿਨ੍ਹਾਂ ਦੇ ਘਰ ਦੇ ਵਿੱਚ ਕੰਮ ਕਰਦੇ ਸੀ, ਨੌਕਰੀ ਕਰਦੇ ਸੀ, ਉਹਨਾਂ ਨੂੰ ਇਹ ਗੱਲ ਲਿਖੀ ਗਈ ਸੀਗੀ ਵੀ ਤੁਸੀਂ ਉਹਨਾਂ ਦੇ ਅਧੀਨ ਰਹਿਣਾ। ਉਹਨਾਂ ਵਿੱਚ ਬਹੁਤ ਸਾਰੇ ਲੋਕ ਮਸੀਹੀ ਵੀ ਹੋ ਗਏ ਸਨ। ਜਦੋਂ ਉਹਨਾਂ ਨੂੰ ਸੱਚੀ ਸ਼ਾਂਤੀ ਜਿਹੜੀ ਪਰਮੇਸ਼ਵਰ ਤੋਂ ਮਿਲੀ, ਤੇ ਉਹਨਾਂ ਨੂੰ ਮਸੀਹ ਲੋਕਾਂ ਨੂੰ ਵੀ ਪੌਲਸ ਦਾ ਇਹ ਕਹਿਣਾ ਸੀ ਵੀ ਬੇਸ਼ੱਕ ਤੁਸੀਂ ਪ੍ਰਭੂ 'ਚ ਆ ਗਏ ਹੋ, ਪਰ ਜੋ ਸਰੀਰਕ ਦੇ ਭਾਵ ਨਾਲ ਜਿਹੜੇ ਤੁਹਾਡੇ ਸਵਾਮੀ ਨੇ, ਤੁਹਾਨੂੰ ਉਹਨਾਂ ਦੇ ਅਧੀਨ ਰਹਿਣਾ ਚਾਹੀਦਾ। ਪਰ ਮੇਰਾ ਖਿਆਲ ਹੈ ਵੀ ਇਸ ਆਇਤ ਦਾ ਮਤਲਬ ਜਿਹੜਾ ਕੁਝ ਹੋ ਰਿਹਾ, ਇਸ ਗੱਲ ਨਾਲ ਉਹਦਾ ਕੋਈ ਅਰਥ ਨਹੀਂ ਬਣਦਾ। ਪਰ ਇਹ ਜਿਹੜੀ ਗੱਲ ਇਸ ਸਮੇਂ ਦੇ ਵਿੱਚ ਵੀ ਜਿਹੜੇ ਕਰਮਚਾਰੀ ਨੇ, ਜਿਹੜੇ ਲੋਕ ਨੌਕਰੀਆਂ ਕਰਦੇ ਨੇ ਜਾਂ ਕਿਸੇ ਦੇ ਅਧੀਨ ਨੇ, ਉਹਨਾਂ ਨੂੰ ਇਹ ਗੱਲ ਦੱਸੀ ਗਈ ਹੈ ਵੀ ਤੁਸੀਂ ਪੂਰੀ ਅਧੀਨਗੀ ਨਾਲ, ਵਫਾਦਾਰੀ ਦੇ ਨਾਲ, ਜਿਹੜੇ ਲੋਕ ਤੁਹਾਡੇ ਸਰੀਰਕ ਭਾਵ ਨਾਲ ਤੁਹਾਡੇ ਤੇ ਠਹਿਰਾਏ ਗਏ, ਤੁਹਾਡੇ ਤੇ ਅਫਸਰ ਨੇ, ਤੁਹਾਡੇ ਮਾਲਕ ਨੇ, ਜਿਨ੍ਹਾਂ ਦੇ ਕੋਲ ਤੁਸੀਂ ਅਧੀਨਗੀ ਦੇ ਵਿੱਚ ਕੰਮ ਕਰਦੇ ਹੋ, ਤੁਹਾਨੂੰ ਉਹਨਾਂ ਦੀ ਪੂਰੀ ਅਧੀਨਗੀ ਨਾਲ, ਵਫਾਦਾਰੀ ਨਾਲ ਸੇਵਾ ਕਰਨੀ ਚਾਹੀਦੀ ਹੈ। ਇਸ ਵਚਨ ਦਾ ਅਰਥ ਇਹ ਆ। ਪਰ ਕਈ ਪਾਸਟਰਾਂ ਨੂੰ ਆਦਤ ਹੁੰਦੀ ਹੈ ਕਿ ਕੋਈ ਵੀ
ਗੱਲ ਲੱਭਣੀ ਚਾਹੀਦੀ ਆ, ਬਸ ਆਪਾਂ ਤਾਂ ਟਿੱਪਣੀ ਲਾਉਣੀ ਆ। ਤੇ ਇਸ ਕਰਕੇ ਕਈ ਲੋਕ ਜੋ ਹੱਥ ਆਇਆ ਉਹੀ ਪਾ ਦਿੰਦੇ ਨੇ, ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਕਿਰਪਾ ਕਰਕੇ ਵਚਨਾਂ ਦਾ ਅਰਥ ਜ਼ਰੂਰ ਸਮਝਿਆ ਕਰਨ। ਠੀਕ ਹੈ ਪਾਸਟਰ ਜੀ। ਔਰ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਜੋ ਘਟਨਾਕ੍ਰਮ ਜਿਹੜਾ 6 ਮਈ ਨੂੰ ਹੋਇਆ ਚਰਚ ਦੇ ਵਿੱਚ, ਉਸ ਦੇ ਸੰਬੰਧ ਦੇ ਵਿੱਚ ਤੁਹਾਨੂੰ ਸੰਸਾਰ ਭਰ ਤੋਂ ਕਾਫੀ ਜ਼ਿਆਦਾ ਫੋਨ ਆਏ, ਤੇ ਲੋਕਾਂ ਦਾ ਤੁਹਾਡੇ ਨਾਲ ਕੀ ਰਿਸਪੌਂਸ ਸੀ? ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ। ਇਹ ਬਣਦਾ ਸੀ ਸਵਾਲ ਤੁਹਾਡਾ ਪੁੱਛਣਾ, ਕਿਉਂਕਿ ਮੈਂ ਰੱਬ ਦਾ ਬਹੁਤ ਸ਼ੁਕਰ ਕਰਦਾ ਕਿ ਜਿਹੜਾ ਕੰਮ ਅਸੀਂ ਨਹੀਂ ਕਰ ਸਕਦੇ ਸੀ ਉਹ ਮੀਡੀਆ ਨੇ ਕਰ ਦਿੱਤਾ। ਸੋ ਮੀਡੀਆ ਨੇ ਪੂਰੀ ਦੁਨੀਆ ਦੇ ਵਿੱਚ ਇਸ ਖਬਰ ਨੂੰ ਪਹੁੰਚਾ ਦਿੱਤਾ ਕਿ ਅਨੰਤ ਜੀਵਨ ਚਰਚ ਨਵਾਂ ਸ਼ਹਿਰ ਦੇ ਵਿੱਚ ਹੈਗਾ ਹੈ। ਔਰ ਬੇਸ਼ੱਕ ਅਸੀਂ ਬਹੁਤ ਲੰਮੇ ਸਮੇਂ ਤੋਂ ਸਮਾਜ ਦੀ ਸੇਵਾ ਦੇ ਵਿੱਚ ਔਰ ਚਰਚ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਹਾਂ, ਔਰ ਬਹੁਤ ਸਾਰੇ ਪਾਸਟਰਾਂ ਨੂੰ ਵੀ ਅਸੀਂ ਨਿਯੁਕਤ ਕੀਤਾ, ਖੜੇ ਕੀਤਾ ਪ੍ਰਭੂ ਦੇ ਵਿੱਚ। ਪਰ ਜਦੋਂ ਆਹ ਘਟਨਾਕ੍ਰਮ ਜਿਹੜਾ ਵਾਪਰਿਆ ਹੈ, ਇਹਦੇ ਨਾਲ ਸਾਨੂੰ ਪੂਰੇ ਪੰਜਾਬ ਭਰ ਤੋਂ, ਪੂਰੇ ਵਿਸ਼ਵ ਭਰ ਤੋਂ, ਦੂਜਿਆਂ ਦੇਸ਼ਾਂ ਤੋਂ ਵੀ ਸਾਨੂੰ ਬਹੁਤ ਅੱਛੇ ਫੋਨ ਕਾਲਸ, ਲੋਕਾਂ ਦੀ ਬਹੁਤ ਅੱਛੇ ਸਾਨੂੰ ਰਿਸਪੌਂਸ ਮਿਲਿਆ। ਤੇ ਬਹੁਤ ਸਾਰੇ ਲੋਕ ਕਹਿੰਦੇ ਸੀਗੇ ਕਿ ਪਾਸਟਰ ਜੀ ਵੀ ਜੋ ਹੋਇਆ ਉਹ ਬਹੁਤ ਵਧੀਆ ਹੋਇਆ। ਤੇ ਕੁਝ ਲੋਕਾਂ ਦਾ ਇਹ ਵੀ ਕਹਿਣਾ ਸੀ ਵੀ ਜੇ ਤੁਹਾਨੂੰ ਕਿਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਸਾਨੂੰ ਦੱਸੋ, ਅਸੀਂ ਤੁਹਾਡੇ ਨਾਲ ਖੜਾਂਗੇ। ਤੇ ਮੈਂ ਧੰਨਵਾਦ ਕਰਦਾ ਪਰਮੇਸ਼ਰ ਦਾ ਕਿ ਜਿਹੜਾ ਸਵਾਲ ਤੁਸੀਂ ਪੁੱਛਿਆ ਉਹਦੇ ਵਿੱਚੋਂ 95% ਜਿਹੜਾ ਰਿਜ਼ਲਟ ਸੀਗਾ ਜਾਂ ਰਿਸਪੌਂਸ ਸੀਗਾ ਉਹ ਪੋਜ਼ਿਟਿਵ ਸੀ। ਔਰ ਬਹੁਤ ਲੋਕਾਂ ਤੱਕ ਜਿਹੜੀ ਆ ਇਹਦੇ ਵਿੱਚ ਪੋਜ਼ਿਟਿਵਿਟੀ ਗਈ ਆ, ਬਹੁਤ ਲੋਕਾਂ ਨੂੰ એનર્ਜੀ ਮਿਲੀ ਆ ਕਿ ਪਰਮੇਸ਼ਰ ਦੇ ਘਰ ਦੇ ਵਿੱਚ ਅਗਰ ਕੋਈ ਵੀ ਕਿਸੇ ਤਰੀਕੇ ਨਾਲ ਅਟੈਕ ਕਰਦਾ ਆ ਜਾਂ ਕੋਈ ਸਵਾਲ ਪੁੱਛਦਾ, ਤੇ ਸਾਡੇ ਕੋਲ ਉਹਨਾਂ ਲਈ ਢੁਕਵੇਂ ਜਵਾਬ ਵੀ ਹੋਣੇ ਚਾਹੀਦੇ ਆ, ਤੇ ਸਾਡੇ ਕੋਲ ਸਹੀ ਗੱਲਾਂ ਮਤਲਬ ਕਿ ਸਾਡੇ ਕੋਲ ਹੋਣੀਆਂ ਚਾਹੀਦੀਆਂ ਜਿਹੜੀਆਂ ਅਸੀਂ ਉਹਨਾਂ ਨੂੰ ਜਵਾਬ ਦੇ ਸਕੀਏ। ਤੇ ਕਈਆਂ ਦਾ ਇਹ ਵੀ ਸਵਾਲ ਸੀਗਾ ਵੀ ਜੇ ਅਸੀਂ ਇੱਦਾਂ ਕਰ ਰਹੇ ਹਾਂ ਕਿ ਇਹ ਸਰਕਾਰ ਦੇ ਅਗੇਂਸਟ ਤਾਂ ਨਹੀਂ। ਮੈਂ ਇਹਦਾ ਜਵਾਬ ਥੋੜ੍ਹਾ ਜਿਹਾ ਤੁਹਾਨੂੰ ਦੇਣਾ ਚਾਹੁੰਦਾ। ਉਹ ਜਵਾਬ ਇਹ ਹੈ ਕਿ ਕਈ ਵਾਰੀ ਕਈਆਂ ਨੂੰ ਲੱਗਦਾ ਹੋਏਗਾ ਵੀ ਇੱਦਾਂ ਹੋਣਾ ਨਹੀਂ ਸੀ ਚਾਹੀਦਾ, ਹੈ ਨਾ, ਇੱਦਾਂ ਕਿਉਂ ਹੋ ਗਿਆ। ਸੋ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਅਜੇ ਵੀ ਕਈ ਲੋਕਾਂ ਦੇ ਜਿਹੜੀ ਕਨਫਿਊਜ਼ਿੰਗ ਹੈ ਉਹਨਾਂ ਨੂੰ ਮੈਂ ਦੂਰ ਕਰਨਾ ਚਾਹੁੰਦਾ ਕਿ ਅਸੀਂ ਕੋਈ ਕਾਨੂੰਨ ਨਹੀਂ ਤੋੜ ਰਹੇ। ਕਾਨੂੰਨ ਨੂੰ ਤੋੜਨਾ, ਜੇ ਅਸੀਂ ਕਾਨੂੰਨ ਤੋੜਦੇ ਤਾਂ ਕਾਨੂੰਨ ਸਾਡੇ ਤੇ ਹੈਵੀ ਹੋ ਸਕਦਾ ਸੀ। ਪਰ ਪੰਜਾਬ ਸਰਕਾਰ ਦੇ ਵੱਲੋਂ, ਜਿਵੇਂ ਕਿ ਮੈਂ ਪਹਿਲਾਂ ਵੀ ਉਹਦੇ ਵਿੱਚ ਦੱਸਿਆ ਕਿ ਪੰਜਾਬ ਸਰਕਾਰ ਨੇ 6 ਵਜੇ ਤੱਕ ਸਾਰੇ ਧਾਰਮਿਕ ਸਥਾਨਾਂ ਨੂੰ ਬਿਲਕੁਲ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਸੀ। ਤੇ ਇਹਦੇ ਵਿੱਚ ਮੈਨੂੰ ਕਿਸੇ ਨੇ ਇਹ ਵੀ ਦੱਸਿਆ ਕਿ ਸਾਡੇ ਕੋਲ ਇੱਥੇ ਮੈਸੇਜ ਦੇ ਵਿੱਚ ਗੁਰਕਵਾਲ ਕੌਰ ਜੀ ਨੇ ਬੜਾ ਤਿੱਖਾ ਸੰਘਰਸ਼ ਕੀਤਾ, ਬੜਾ ਤਿੱਖੇ ਸ਼ਬਦਾਂ ਦੇ ਨਾਲ ਸਾਡੇ ਤੇ ਵਾਰ ਕੀਤਾ। ਹਾਲਾਂਕਿ ਉਹਨਾਂ ਦੇ ਕਈ ਪ੍ਰੋਗਰਾਮਾਂ ਵਿੱਚ, ਸਮਾਗਮਾਂ ਦੇ ਵਿੱਚ ਉਹ ਸਾਨੂੰ ਬੁਲਾਉਂਦੇ ਰਹਿੰਦੇ ਨੇ ਤੇ ਉੱਥੇ ਵੀ ਇਕੱਠ ਹੁੰਦੇ ਨੇ, ਕਰੋਨਾ ਦੇ ਦਰਮਿਆਨ ਵੀ ਮੈਂ ਜਾਂਦਾ ਰਿਹਾ। ਪਰ ਦੁੱਖ ਦੀ ਗੱਲ ਇਹ ਹੈ ਕਿ ਉਹਨਾਂ ਨੂੰ ਇਹ ਸਮਝ ਨਹੀਂ ਆਈ, ਕਈ ਵਾਰ ਤੋਂ ਮਾਨਸਿਕ ਰੋਗੀ ਵੀ ਦੱਸ ਦਿੰਦੇ ਨੇ। ਤੇ ਰੱਬ ਦੇ ਸੇਵਕਾਂ ਨੂੰ, ਵੈਸੇ ਮੈਂ ਤੁਹਾਨੂੰ ਦੱਸਾਂ ਤੇ ਦੁਨੀਆ ਦੇ ਭਾਣੇ ਤਾਂ ਅਸੀਂ ਮੂਰਖ ਹਾਂ, ਪਰ ਪਰਮੇਸ਼ਰ ਦਾ ਵਚਨ ਕਹਿੰਦਾ ਕਿ ਪਰਮੇਸ਼ਰ ਨੇ ਜਗਤ ਦੇ ਮੂਰਖਾਂ ਨੂੰ ਚੁਣ ਲਿਆ ਤਾਂ ਕਿ ਉਹ ਬੁੱਧਵਾਨਾਂ ਨੂੰ, ਜਿਹੜੇ ਅਕਲਮੰਦ ਆ, ਉਹਨਾਂ ਨੂੰ ਮੂਰਖ ਬਣਾ ਦੇਣ। ਸੋ ਮੈਂ ਦੱਸਣਾ ਚਾਹੁੰਦਾ ਕਿ ਉਹਨਾਂ ਦੀ ਜਿਹੜੀ ਸੋਚ ਆ ਉਹ ਇੱਥੇ ਆ ਕੇ ਥੋੜ੍ਹੀ ਜਿਹੀ ਗਲਤ ਹੈ, ਕਿਉਂਕਿ ਉਹਨਾਂ ਨੂੰ ਖੁਦ ਨਹੀਂ ਪਤਾ ਕਿ ਸਾਡੇ ਆਪਣੇ ਜਿਹੜੇ ਚੀਫ ਮਿਨਿਸਟਰ ਆ ਉਹਨਾਂ ਦੇ ਵੱਲੋਂ ਹਦਾਇਤਾਂ ਕੀ ਨੇ। ਉਹਨਾਂ ਨੇ ਕੋਈ ਵੀ ਧਾਰਮਿਕ ਅਦਾਰੇ ਲਈ ਅੰਕੜਾ ਜਾਰੀ ਨਹੀਂ ਕੀਤਾ, ਜਿਵੇਂ ਕਿ 51 ਜਾਂ 50 ਬੰਦੇ ਵਿਆਹ ਤੇ ਉਹਨਾਂ ਨੇ ਅੰਕੜਾ ਦਿੱਤਾ ਹੈਗਾ ਵੀ ਇੰਨੇ ਜਣੇ ਜਾ ਸਕਦੇ ਨੇ ਤੇ ਜਾਂ ਭੋਗ ਤੇ ਇੰਨੇ ਜਾ ਸਕਦੇ ਨੇ। ਇਸ ਤਰ੍ਹਾਂ ਉਹਨਾਂ ਨੇ ਕੋਈ ਅੰਕੜਾ ਧਾਰਮਿਕ ਸਥਾਨਾਂ ਲਈ ਜਾਰੀ ਨਹੀਂ ਕੀਤਾ। ਔਰ ਇਸ ਤੋਂ ਇਲਾਵਾ ਜਿਹੜੀ ਇੱਕ ਵੱਡੀ ਗੱਲ ਇਹ ਹੈ ਕਿ ਜਿਹੜਾ ਧਾਰਮਿਕ ਸਥਾਨਾਂ ਦੀ ਗੱਲ ਹੈ, ਧਾਰਮਿਕ ਸਥਾਨ ਤਾਂ ਸਾਰੇ ਹੀ ਖੁੱਲ੍ਹੇ ਨੇ, ਗੁਰਦੁਆਰਾ, ਮੰਦਿਰ, ਮਸਜਿਦ ਸਾਰੇ ਖੁੱਲ੍ਹੇ ਨੇ। ਤਾਂ ਅਸੀਂ ਕਿਸੇ ਤੇ ਅਟੈਕ ਨਹੀਂ ਕਰਦੇ। ਜਿੱਦਾਂ ਬਾਕੀ ਦੇ ਧਾਰਮਿਕ ਸਥਾਨ ਖੁੱਲ੍ਹੇ ਨੇ, ਇੱਦਾਂ ਹੀ ਚਰਚ ਵੀ ਖੁੱਲ੍ਹਾ ਹੈ। ਤੇ ਇਹ ਵੱਖਰੀ ਗੱਲ ਹੈ ਕਿ ਸਾਰਿਆਂ ਦੀ ਆਪਣੀ ਆਪਣੀ ਅਲੱਗ-ਅਲੱਗ ਤਰੀਕੇ ਨਾਲ ਉਹ ਹੈਗੀ ਆ, ਆਸਥਾ ਹੈਗੀ ਆ। ਤੇ ਕਈ ਲੋਕ ਦੇਖੋ, ਕੋਈ ਜਾਂਦਾ ਹੈ ਉਹ ਆਰਤੀ ਕਰਨ ਜਾਂਦਾ, ਕੋਈ ਇੱਥੇ ਬੈਠ ਕੇ ਪਾਠ ਸੁਣਨ ਜਾਂਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ। ਪਰ ਚਰਚ ਦਾ ਜਿਹੜਾ ਨਿਯਮ ਹੈ, ਚਰਚ ਦੇ ਵਿੱਚ ਲੋਕ ਆਉਂਦੇ ਨੇ ਤੇ ਪ੍ਰੇਅਰ ਕਰਦੇ ਨੇ। ਸੋ ਜੇ ਪ੍ਰੇਅਰ ਕਰਦੇ ਨੇ ਤੇ ਉਹਨਾਂ ਨੂੰ, ਉਹਨਾਂ ਦਾ ਆਪਣਾ ਇੱਕ ਰੱਬ ਦੇ ਨਾਲ ਨਾਤਾ ਹੈ, ਰਿਸ਼ਤਾ ਆ ਕਿ ਉਹ ਉਹਨਾਂ ਨੇ ਕਿੰਨਾ ਚਿਰ ਪ੍ਰੇਅਰ ਕਰਨੀ ਆ, ਕਦੋਂ ਜਾਣਾ, ਹੈ ਨਾ, ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ। ਸੋ ਇਸ ਕਰਕੇ ਜਾਂ ਤਾਂ ਧਾਰਮਿਕ ਅਦਾਰੇ ਸਾਰੇ ਹੀ ਬੰਦ ਕਰ ਦਿੱਤੇ ਜਾਂਦੇ, ਮੈਂ ਵੀ ਕਿਹਾ ਸੀਗਾ, ਜਾਂ ਤਾਂ ਬੰਦ ਹੀ ਕਰ ਦਿੱਤੇ ਜਾਂਦੇ। ਤੇ ਜੇ ਖੋਲ੍ਹੇ ਨੇ ਤਾਂ ਫਿਰ ਉਹਨਾਂ ਨੂੰ ਧਾਰਮਿਕ ਆਜ਼ਾਦੀ ਹੋਣੀ ਚਾਹੀਦੀ ਆ ਕਿ ਉਹ ਸਭ ਸਥਾਨ, ਅਸੀਂ ਕਦੀ ਵੀ ਸਰਕਾਰ ਨੂੰ ਚੈਲੰਜ ਨਹੀਂ ਕਰਦੇ। ਜਿਵੇਂ ਕਿ ਆਮ ਤੁਸੀਂ ਦੇਖਦੇ ਹੋ ਨੈੱਟ ਤੇ, ਸੋਸ਼ਲ ਮੀਡੀਆ ਤੇ ਆਉਂਦੇ ਰਹਿੰਦਾ, ਤਾਂ ਆਮ ਤਾਂ ਲੋਕ ਹੁਣ ਸਾਰੇ ਚੈਲੰਜ ਕਰਦੇ ਨੇ, ਪਰ ਆਪਾਂ ਤਾਂ ਫਿਰ ਵੀ ਸ਼ਾਂਤੀ ਪਾਏ ਹੋਏ ਲੋਕ ਹਾਂ ਤੇ ਅਸੀਂ ਸ਼ਾਂਤੀ ਨਾਲ ਹੀ
ਗੱਲਬਾਤ ਕਰਦੇ ਹਾਂ ਤੇ ਅਸੀਂ ਹਮੇਸ਼ਾ ਚਰਚ ਸ਼ਾਂਤੀ ਦਾ ਹੀ ਸੰਦੇਸ਼ ਦਿੰਦਾ ਹੈ। ਸੋ ਤੁਹਾਡੇ ਸਵਾਲ ਬਹੁਤ ਵਧੀਆ ਤੇ ਸਾਨੂੰ ਜਿਹੜਾ ਰਿਸਪੌਂਸ ਹੈ ਉਹ ਬਹੁਤ ਵਧੀਆ ਲੋਕਾਂ ਤੋਂ ਮਿਲਿਆ, ਔਰ ਅੱਗੇ ਵੀ ਅਗਰ ਲੋਕਾਂ ਦਾ ਵੀ ਸਾਨੂੰ ਇਹ ਵੀ ਕਹਿਣਾ ਹੈਗਾ ਕਿ ਜੇ ਕੋਈ ਇਦਾਂ ਦੀ ਧਾਰਮਿਕ ਮਸਲਾ ਬਣਦਾ ਹੈ ਤੇ ਫਿਰ ਉਹ ਸਰਕਾਰ ਲਈ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਖੜੀ ਹੋ ਜਾਏਗੀ। ਸੋ ਮੈਂ ਇਹ ਬੇਨਤੀ ਕਰਦਾ ਸਰਕਾਰ ਨੂੰ ਵੀ ਉਹਨਾਂ ਨੂੰ ਵੀ ਇੱਕ ਧਾਰਮਿਕ ਮਾਮਲੇ ਦੇ ਵਿੱਚ ਇਦਾਂ ਦੀਆਂ ਦਖਲਅੰਦਾਜ਼ੀਆਂ ਨਹੀਂ ਦੇਣੀਆਂ ਚਾਹੀਦੀਆਂ। ਚਲੋ ਪ੍ਰਭੂ ਜੀ ਦਾ ਧੰਨਵਾਦ ਕਿ ਪਰਮੇਸ਼ਰ ਨੇ ਤੁਹਾਨੂੰ ਬਹੁਤ ਸਾਰੇ ਮਸੀਹੀ ਭੈਣ ਭਰਾਵਾਂ ਨਾਲ ਨਾ ਗੱਲ ਕਰਨ ਦਾ ਮੌਕਾ ਦਿੱਤਾ, ਔਰ ਮਸੀਹੀ ਸੱਚਮੁੱਚ ਤਾਂ ਕਿ ਮਸੀਹ ਦੀ ਉਸਤਤ ਹੋ ਸਕੇ, ਯਿਸੂ ਮਸੀਹ ਮਹਿਮਾ ਪਾਏ, ਸਾਡਾ ਇਹੀ ਫੋਕਸ ਆ। ਔਰ ਮੈਂ ਇੱਕ ਹੋਰ ਸਵਾਲ ਪੁੱਛਣਾ ਕਿ ਇਸ ਵੀਡੀਓ ਦੇ ਜ਼ਰੀਏ ਕਾਫੀ ਸਾਰੇ ਤੁਹਾਨੂੰ ਪ੍ਰਸ਼ੰਸਾ ਭਰੇ ਵੀ ਕਮੈਂਟ ਆਏ ਹੋਣਗੇ, ਔਰ ਕਈ ਜਿਹੜੇ ਕਮੈਂਟ ਆ ਸ਼ਰਾਰਤੀ ਅਨਸਰਾਂ ਵੱਲੋਂ ਤੁਹਾਨੂੰ ਜਿਹੜੇ ਨਕਾਰਾਤਮਕ ਜਿਹੜੇ ਕਮੈਂਟ ਆ ਠੇਸ ਪਹੁੰਚਾਉਣ ਵਾਲੇ ਗੱਲਾਂ, ਹਾਂਜੀ, ਤੇ ਉਹਨਾਂ ਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਇਹਦੇ ਬਾਰੇ ਮੈਂ ਅਕਸਰ ਚਰਚ ਦੇ ਵਿੱਚ ਬੋਲਦਾ ਹੀ ਰਹਿਣਾ ਹਾਂ ਕਿ ਜੇਕਰ ਸਾਡੀ ਕੋਈ ਨਿੰਦਾ ਕਰਦਾ ਹੈ ਤੇ ਅਸੀਂ ਕਦੀ ਇਸ ਗੱਲ ਦੀ ਪਰਵਾਹ ਨਹੀਂ ਕੀਤੀ, ਤੇ ਜੇ ਕੋਈ ਸਾਡੀ ਪ੍ਰਸ਼ੰਸਾ ਕਰਦਾ ਤਾਂ ਅਸੀਂ ਕਦੇ ਫੁੱਲੇ ਨਹੀਂ। ਸਾਨੂੰ ਕਦੀ ਵੀ ਕਿਸੇ ਦੀ ਪ੍ਰਸ਼ੰਸਾ ਦੇ ਵਿੱਚ ਜਾਂ ਕਿਸੇ ਦੀ ਨਾਰਾਜ਼ਗੀ, ਜਿਹੜੇ ਅੱਜ ਲੋਕ ਸਾਡੇ ਲਈ ਗਲਤ ਕਮੈਂਟ ਵੀ ਕਰਦੇ ਨੇ, ਕੋਈ ਟਾਈਮ ਆਏਗਾ ਹੋ ਸਕਦਾ ਕਿ ਰੱਬ ਉਹਨਾਂ ਨੂੰ ਵੀ ਸਾਡੇ ਨਾਲ ਕਿਸੇ ਵੇਲੇ ਮਿਲਾਵੇਗਾ ਤੇ ਉਹ ਵੀ ਸਾਡੇ ਨਾਲ ਇਸੇ ਪਿਆਰ ਦੇ ਵਿੱਚ ਜਿੱਦਾਂ ਅਸੀਂ ਅੱਜ ਬੈਠੇ ਹਾਂ ਉਹ ਵੀ ਬੈਠਣਗੇ, ਕਿਉਂਕਿ ਹਰ ਗੱਲ ਦਾ ਇੱਕ ਸਮਾਂ ਹੁੰਦਾ ਹੈ। ਪਰਮੇਸ਼ਰ ਬਦਲਦਾ ਆ ਕਿ ਇੱਕ ਟਾਈਮ ਸੀਗਾ ਜਦੋਂ ਮੈਂ ਵੀ ਮਸੀਹ ਲੋਕਾਂ ਦੇ ਅਗੇਂਸਟ ਸੀਗਾ, ਮੈਨੂੰ ਵੀ ਮਸੀਹ ਲੋਕ ਪਸੰਦ ਨਹੀਂ ਸੀਗੇ, ਤੇ ਮੈਂ ਅੱਜ ਰੱਬ ਦੀ ਸੇਵਾ ਦੇ ਵਿੱਚ ਹਾਂ। ਤੇ ਜਿਹੜੇ ਲੋਕ ਅੱਜ ਸਾਡੇ ਲਈ ਗਲਤ ਕਮੈਂਟ ਵੀ ਕਰਦੇ ਨੇ, ਕਿਸੇ ਵੇਲੇ ਪਰਮੇਸ਼ਰ ਉਹਨਾਂ ਨੂੰ ਵੀ ਬਦਲ ਸਕਦਾ ਆ। ਮੈਂ ਕਦੀ ਵੀ ਉਹਨਾਂ ਦੇ ਗਲਤ ਕਮੈਂਟਾਂ ਤੇ ਨਹੀਂ ਜਾਂਦਾ, ਚਲੋ ਉਹਨਾਂ ਦਾ ਜਿੱਦਾਂ ਦਾ ਨੂੰ ਉਸ ਵੇਲੇ ਮਾਹੌਲ ਦੇ ਹਿਸਾਬ ਨਾਲ ਜੋ ਲੱਗਾ ਉਹਨਾਂ ਨੇ ਕਰ ਲਿਆ, ਪਰ ਹਮੇਸ਼ਾ ਬੰਦਾ ਇੱਕੋ ਜਿਹਾ ਨਹੀਂ ਰਹਿੰਦਾ, ਪਰਮੇਸ਼ਰ ਜ਼ਿੰਦਗੀਆਂ ਨੂੰ ਬਦਲਦਾ ਆ। ਤੇ ਜਿਹੜੇ ਪ੍ਰਸ਼ੰਸਾ ਕਰਦੇ ਨੇ, ਮੈਂ ਉਹਨਾਂ ਦੀ ਪ੍ਰਸ਼ੰਸਾ 'ਚ ਵੀ ਨਹੀਂ ਜਾਂਦਾ, ਕਿਉਂਕਿ ਦਿਲ ਤੋਂ ਪ੍ਰਸ਼ੰਸਾ ਕਰਨ ਵਾਲੇ ਘੱਟ ਹੁੰਦੇ ਨੇ। ਕਈ ਵਾਰੀ ਬਹੁਤ ਸਾਰੇ ਲੋਕ ਉੱਪਰੋਂ ਪ੍ਰਸ਼ੰਸਾ ਕਰਦੇ ਨੇ, ਤੇ ਨਾ ਸਾਨੂੰ ਕਿਸੇ ਦੀ ਪ੍ਰਸ਼ੰਸਾ ਨਾਲ ਤੇ ਨਾ ਕਿਸੇ ਦੀ ਨਿੰਦਾ ਨਾਲ ਕੋਈ ਫਰਕ ਨਹੀਂ ਪੈਣਾ ਚਾਹੀਦਾ। ਜਿਹੜਾ ਕੰਮ ਸਾਨੂੰ ਪਰਮੇਸ਼ਰ ਨੇ ਸੌਂਪਿਆ ਉਹ ਸਾਨੂੰ ਵਫਾਦਾਰੀ ਨਾਲ ਕਰਨਾ ਚਾਹੀਦਾ। ਮੈਂ ਹਮੇਸ਼ਾ ਹੀ ਇਹੀ ਸੋਚ ਕੇ ਚੱਲਦਾ ਹਾਂ ਕਿ ਅਸੀਂ ਪਰਮੇਸ਼ਰ ਦਾ ਕੰਮ ਜਿਹੜਾ ਉਹ ਵਫਾਦਾਰੀ ਨਾਲ ਕਰਦੇ। ਪਰ ਫਿਰ ਵੀ ਮੈਂ ਧੰਨਵਾਦ ਕਰਦਾ ਉਹਨਾਂ ਸਾਰੇ ਭੈਣਾਂ ਭਰਾਵਾਂ ਦਾ ਜਿਨ੍ਹਾਂ ਨੇ ਸਾਡਾ ਹੌਸਲਾ ਵਧਾਉਣ ਲਈ ਬਹੁਤ ਵਧੀਆ ਸਾਨੂੰ ਰਿਸਪੌਂਸ ਦਿੱਤਾ, ਵਧੀਆ ਕਮੈਂਟ ਕੀਤੇ, ਬਹੁਤ ਵਧੀਆ ਸਾਨੂੰ ਸ਼ਲਾਘਾਯੋਗ ਗੱਲਾਂ ਕਹੀਆਂ। ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ, ਔਰ ਮੈਂ ਚਾਹੁੰਦਾ ਕਿ ਉਹ ਹਮੇਸ਼ਾ ਇਸੇ ਪਿਆਰ ਵਿੱਚ ਸਾਡੇ ਨਾਲ ਬਣੇ ਰਹਿਣ। ਇੱਕ ਸਵਾਲ ਪਾਸੇ ਆਪਾਂ ਹੋਰ ਪੁੱਛਣਾ ਚਾਹਾਂਗੇ ਕਿ ਤੁਹਾਨੂੰ ਮੀਡੀਆ ਦੁਆਰਾ ਪੁੱਛਿਆ ਗਿਆ ਸੀਗਾ ਕਿ ਅਗਰ ਚਰਚ ਦੇ ਵਿੱਚ ਕਰੋਨਾ ਦੇ ਨਾਲ ਕਿਸੇ ਦੀ ਡੈਥ ਹੋ ਜਾਂਦੀ ਹੈ ਤੇ ਉਹਦਾ ਜ਼ਿੰਮੇਵਾਰ ਕੌਣ ਹੋਏਗਾ? ਤੇ ਦੇਖੋ, ਮੇਰੀ ਗੱਲ ਦਾ ਮਾਈਂਡ ਨਾ ਕਰਿਓ। ਮੀਡੀਆ ਜਿਹੜਾ ਹੈਗਾ ਨਾ, ਸਾਡੇ ਦੇਸ਼ ਦਾ ਜਿਹੜਾ ਮੀਡੀਆ ਹੈ, ਇਹ ਦੇਸ਼ ਦਾ ਸਾਡਾ ਮੀਡੀਆ ਜਿਹੜਾ ਹੈ, ਇਹਦੇ ਇਸੇ ਇੱਕ ਕਮੀ ਇਹਦੇ ਵਿੱਚ ਪਾਈ ਜਾਂਦੀ ਆ ਵੀ ਇਹ ਜਿਹੜੀ ਗੱਲ ਪੁੱਛਣ ਵਾਲੀ ਹੁੰਦੀ ਹੈ, ਕਰਨ ਵਾਲੀ ਹੁੰਦੀ, ਉਹ ਘੱਟ ਕਰਦੇ, ਤੇ ਜਿਹੜੀ ਨਹੀਂ ਕਰਨ ਵਾਲੀ ਹੁੰਦੀ ਉਹ ਜ਼ਿਆਦਾ ਕਰ ਲੈਂਦੇ ਆ। ਪਰ ਫਿਰ ਵੀ ਜਿਹੜਾ ਤੁਹਾਡਾ ਸਵਾਲ ਹੈ ਮੈਂ ਉਹਦਾ ਜਵਾਬ ਦੇਵਾਂਗਾ ਕਿ ਜੇ ਕਰੋਨਾ ਦੇ ਕਾਰਨ ਚਰਚ 'ਚ ਕਿਸੇ ਦੀ ਡੈਥ ਹੋ ਜਾਂਦੀ ਹੈ ਤਾਂ ਇਹਦਾ ਰਿਸਪੌਂਸੀਬਲ ਕੌਣ ਆ। ਮੈਂ ਇਹ ਸਵਾਲ ਉੱਥੇ ਉਸ ਵੇਲੇ ਸੁਣਿਆ ਸੀਗਾ, ਤੇ ਇਹ ਸਵਾਲ ਦਾ ਜਵਾਬ ਵੀ ਮੈਂ ਦਿੱਤਾ ਸੀ ਵੀ ਜੇ ਚਰਚ ਵਿੱਚ ਮਤਲਬ ਕਿਸੇ ਦੀ ਡੈਥ ਹੋ ਜਾਂਦੀ ਤਾਂ ਰਿਸਪੌਂਸੀਬਿਲਟੀ ਵੀ ਮੈਂ ਕਿਹਾ ਵੀ ਇਹ ਸਾਡੀ ਹੋਊਗੀ। ਪਰ ਮੈਂ ਇਹ ਗੱਲ ਕਿਉਂ ਕਹੀ, ਮੈਂ ਇੱਕ ਚੀਜ਼ ਅੱਜ ਜਿੰਨੇ ਤੁਸੀਂ ਮੈਨੂੰ ਸੁਣ ਰਹੇ ਹੋ, ਮੈਂ ਤੁਹਾਡੇ ਤੋਂ ਵੀ ਪੁੱਛਣਾ ਚਾਹੂੰਗਾ। ਇਸ ਸਵਾਲ ਦਾ ਜਵਾਬ ਸਾਨੂੰ ਸਾਰਿਆਂ ਨੂੰ ਦੇਣਾ ਚਾਹੀਦਾ, ਸਰਕਾਰ ਨੂੰ ਵੀ ਦੇਣਾ ਚਾਹੀਦਾ ਵੀ ਜਿਹੜੀਆਂ ਅੱਜ ਤੱਕ ਕਰੋਨਾ ਨਾਲ ਮੌਤਾਂ ਹੋਈਆਂ, ਜਿਹੜੀਆਂ ਹਸਪਤਾਲਾਂ ਦੇ ਵਿੱਚ ਹੋਈਆਂ ਜਾਂ ਜਿੱਥੇ ਵੀ ਹੋਈਆਂ, ਵੈਸੇ ਤਾਂ ਜ਼ਿਆਦਾਤਰ ਤੁਹਾਨੂੰ ਵੀ ਪਤਾ ਕਿ ਘਰ ਤਾਂ ਕੋਈ ਮਰਿਆ ਹੀ ਨਹੀਂ, ਜਿਹਦੀ ਵੀ ਮੌਤ ਹੋਈ ਕਰੋਨਾ ਨਾਲ ਹਸਪੀਟਲ ਦੇ ਵਿੱਚ ਹੀ ਹੋਈ ਆ। ਤੇ ਉਹਨਾਂ ਦਾ ਪਹਿਲੀ ਗੱਲ ਤਾਂ ਮੈਨੂੰ ਇਹ ਜਵਾਬ ਮੀਡੀਆ ਦੇ ਦੇਵੇ ਵੀ ਉਹਨਾਂ ਦਾ ਹੁਣ ਤੱਕ ਰਿਸਪੌਂਸੀਬਲ ਕੌਣ ਹੋਇਆ। ਜੇ ਇੰਨੀ ਜ਼ਿਆਦਾ ਡੈਥ ਰੇਸ਼ੀਓਸ ਦਿਖਾਈ ਗਈ ਆ, ਜਿਹੜੇ ਇੰਨੇ ਲੋਕ ਕਰੋਨਾ ਨਾਲ ਮਰੇ ਨੇ, ਉਹਨਾਂ ਦਾ ਜ਼ਿੰਮੇਵਾਰ ਕੌਣ ਆ? ਕੀ ਸਰਕਾਰ ਨੇ ਉਹ ਜ਼ਿੰਮੇਵਾਰੀ ਲਈ ਆ ਜਾਂ ਕਿਸੇ ਹੋਰ ਨੇ ਲਈ ਆ? ਪਹਿਲੀ ਗੱਲ ਤਾਂ ਅੱਜ ਜੇ ਕਿਸੇ ਨੂੰ ਕੋਈ ਮਾਸਕ ਨਹੀਂ ਪਾਇਆ ਹੁੰਦਾ ਤੇ 1000 ਰੁਪਏ ਜੁਰਮਾਨਾ ਲਾ ਦਿੰਦੇ ਨੇ, ਝੱਟ ਆਪਾਂ ਕਹਿ ਦਿੰਦੇ ਆ ਵੀ ਇਹਨੂੰ ਜੁਰਮਾਨਾ ਕਰ ਦਿਓ, ਆਹ ਕਰ ਦਿਓ। ਦੁਕਾਨ ਕਿਸੇ ਨੇ ਖੋਲ ਦਿੱਤੀ, ਬੜਾ ਦੁੱਖ ਲੱਗਦਾ, ਦੁਕਾਨਦਾਰਾਂ ਨਾਲ ਧੱਕਾ ਹੋ ਰਿਹਾ, ਤੇ ਉਹ ਧੱਕਾ ਇੱਕ ਕਰੋਨਾ ਦੇ ਨਾਂ ਤੇ ਹੀ ਹੋ ਰਿਹਾ। ਮੈਂ ਇੱਕ ਇਸ ਗੱਲ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਜਵਾਬ ਦੇਣਾ ਚਾਹੂੰਗਾ ਕਿ ਕਰੋਨਾ ਦੇਖਿਆ ਖਬਰੇ ਕਿਸੇ ਨੇ ਨਹੀਂ ਦੇਖਿਆ, ਪਰ ਇੱਕ ਗੱਲ ਮੈਂ ਦੇਖੀ, ਜਦੋਂ ਕਰੋਨਾ ਪਹਿਲਾਂ ਜਦੋਂ ਸ਼ੁਰੂਆਤ ਹੋਈ ਤੇ ਉਸ ਵੇਲੇ ਲੋਕਾਂ ਨੇ ਨਿੰਮ ਦਾ ਪਾਣੀ ਨਾਲੀਆਂ 'ਚ ਸੁੱਟਣਾ ਸ਼ੁਰੂ ਕਰਤਾ, ਇੱਧਰ ਉੱਧਰ ਖਿਲਾਰਨਾ ਸ਼ੁਰੂ ਕਰ ਦਿੱਤਾ ਵੀ ਕਰੋਨਾ ਮਾਰ ਦਈਏ। ਹਾਲਾਂਕਿ ਜੇ ਇਹਨੂੰ ਕਹਿੰਦੇ ਹਵਾ 'ਚ ਲਾਠੀ ਮਾਰਨਾ, ਪਤਾ ਹੈ ਨਹੀਂ ਵੀ ਕਰੋਨਾ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ, ਤੇ ਉਹਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸੀਗੇ।
ਤੋ ਅੱਜ ਵੀ ਜਿਹੜਾ ਨਾ ਕੁਝ ਇਸੇ ਤਰ੍ਹਾਂ ਦਾ ਹੀ ਡਰਾਮਾ ਜਿਹੜਾ ਹੈਗਾ ਉਹ ਦੇਖਣ ਨੂੰ ਮਿਲਦਾ ਆ ਕਿ ਜੇ ਤਾਂ ਕਰੋਨਾ ਨਾਲ ਜਿਹੜੇ ਲੋਕ ਮਰੇ ਨੇ ਉਹਨਾਂ ਦੀ ਜ਼ਿੰਮੇਵਾਰੀ ਪਹਿਲਾਂ ਦੱਸ ਦੇਣ ਕਿ ਹੁਣ ਤੱਕ ਜਿਹੜੇ ਮਰੇ ਨੇ ਉਹਨਾਂ ਦਾ ਜ਼ਿੰਮੇਵਾਰ ਕੌਣ ਆ। ਦੂਜੀ ਗੱਲ ਇਹ ਆ ਵੀ ਜੇ ਅਸੀਂ ਮੰਨ ਲਓ ਘਰ ਪਏ ਮਰ ਵੀ ਜਾਂਦੇ ਆ, ਮੈਂ ਤੁਹਾਨੂੰ ਸਵਾਲ ਪੁੱਛਦਾ, ਜਿੰਨੇ ਤੁਸੀਂ ਸੁਣ ਰਹੇ ਹੋ ਤੁਸੀਂ ਮੈਨੂੰ ਜ਼ਰੂਰ ਕਮੈਂਟ ਦੇ ਵਿੱਚ ਦੱਸਿਓ। ਮੰਨ ਲਓ ਕਰੋਨਾ ਨਾਲ ਅਸੀਂ ਮਰ ਜਾਂਦੇ ਆ, ਘਰ ਪਏ ਮਰ ਜਾਂਦੇ ਆ, ਤੇ ਫਿਰ ਸਾਡਾ ਜ਼ਿੰਮੇਵਾਰ ਕੌਣ ਹੈ? ਜੇ ਅੱਜ ਅਸੀਂ ਹਸਪਤਾਲ ਜਾ ਕੇ ਮਰ ਜਾਂਦੇ ਫਿਰ ਸਾਡਾ ਜ਼ਿੰਮੇਵਾਰ ਕੌਣ ਹੈ? ਜੇਕਰ ਕਿਸੇ ਨੂੰ ਕੋਈ ਬਿਮਾਰੀ ਲੱਗ ਜਾਂਦੀ ਆ, ਮੰਨ ਲਓ ਕਿ ਕੋਈ ਕਰੋਨਾ ਨਾਲ ਮਰ ਜਾਂਦਾ ਆ, ਤਾਂ ਸਰਕਾਰ ਉਹਨੂੰ, ਸਾਡੇ ਦੇਸ਼ ਦੀ ਸਰਕਾਰ ਕੀ ਦਿੰਦੀ ਆ, ਉਹਦੇ ਲਈ ਕੀ ਕਰਦੀ ਆ? ਇਹ ਇੱਕ ਜਿਹੜੀ ਨਾ ਇੱਥੇ ਆ ਕੇ ਸਾਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਕਿ ਅਸੀਂ ਹੋਰ ਚੀਜ਼ਾਂ ਤੇ ਕਰੋੜਾਂ ਰੁਪਈਆ ਖਰਚ ਕਰ ਦਿੰਦੇ ਆ। ਪਰ ਮੈਂ ਤਾਂ ਸਰਕਾਰ ਨੂੰ ਹੀ ਚਾਹੂੰਗਾ ਕਿ ਸਾਡੇ ਜਿਹੜਾ ਦੇਸ਼ ਹੈ ਇਹਦੇ ਵਿੱਚ ਜਿਹੜੀ ਤੁਸੀਂ ਹੈਲਥ ਦੇ ਸੰਬੰਧੀ ਜੋ ਮੈਡੀਕਲ ਸਹੂਲਤਾਂ ਹੈਗੀਆਂ ਨੇ ਉਹ ਫ੍ਰੀ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ, ਤਾਂ ਕਿ ਆਮ ਬੰਦਾ ਜਿਹੜਾ ਵਿਚਾਰਾ ਧੱਕੇ ਖਾਂਦਾ ਹਸਪਤਾਲਾਂ ਦੇ ਵਿੱਚ, ਉਹਦੇ ਕੋਲ ਪੈਸੇ ਨਹੀਂ, ਇਲਾਜ ਦੇ ਦੁੱਖੋਂ ਲੋਕ ਬਹੁਤ ਸਾਰੇ ਮਰ ਜਾਂਦੇ ਆ। ਤਾਂ ਰਿਸਪੌਂਸਿਬਿਲਟੀ ਜਿਹੜੀ ਹੈ ਐਕਚੁਅਲ 'ਚ ਬਣਦੀ ਤਾਂ ਸਾਰੀ ਗੌਰਮੈਂਟ ਦੀ ਹੈ। ਇਹ ਗੌਰਮੈਂਟ ਦੀ ਰਿਸਪੌਂਸਿਬਿਲਟੀ ਬਣਦੀ ਹੈ। 1.5 ਸਾਲ ਹੋ ਚੱਲਿਆ, 1.5 ਸਾਲ ਦੇ ਵਿੱਚ ਸਾਡੇ ਤੋਂ ਕੀ ਲੋਕਾਂ ਨੇ ਸਹਿਯੋਗ ਨਹੀਂ ਦਿੱਤਾ? ਤੁਸੀਂ ਸਾਰੇ ਜਾਣਦੇ ਹੋ, ਸਹਿਯੋਗ ਦਿੱਤਾ ਲੋਕਾਂ ਨੇ। ਸਾਲ ਭਰ ਲੋਕਾਂ ਨੇ ਆਪਣਾ ਕੰਮ ਧੰਦੇ ਬੰਦ ਰੱਖ ਕੇ, ਹੁਣ 1.5 ਸਾਲ ਹੋ ਗਿਆ, 1.5 ਸਾਲ ਦੇ ਵਿੱਚ ਵੀ ਲੋਕਾਂ ਦੇ ਕੰਮ ਧੰਦੇ ਬੰਦ ਹੋ ਗਏ, ਉਲਟੇ ਚਲਾਨ ਕੱਟੇ ਜਾ ਰਹੇ ਲੋਕਾਂ ਦੇ। ਲੋਕ ਤਾਂ ਹਜੇ ਤੱਕ ਵੀ ਸਹਿਯੋਗ ਦੇ ਰਹੇ ਆ ਸਰਕਾਰ ਦਾ, ਹਜੇ ਤੱਕ ਵੀ ਸਹਿਯੋਗ ਦੇ ਰਹੇ ਆ, ਪਰ ਸਰਕਾਰ ਵੀ ਲੋਕਾਂ ਨੂੰ ਸਹਿਯੋਗ ਦੇਵੇ। ਮੈਂ ਬਾਹਰਲੀ ਗੱਲ ਕਰਾਂ ਇਹਦੇ ਮੁਕਾਬਲੇ ਦੇ ਵਿੱਚ, ਤਾਂ ਮੈਨੂੰ ਜਰਮਨ ਤੋਂ ਫੋਨ ਆਇਆ ਤੇ ਉਹ ਦੱਸਦੇ ਨੇ ਕਿ ਉਹਨਾਂ ਦੇ ਰੈਸਟੋਰੈਂਟ ਬੰਦ ਨੇ, ਪਰ ਫਿਰ ਵੀ ਸਰਕਾਰ ਕੀ ਕਰਦੀ ਆ, ਉਹਨਾਂ ਦੇ ਪੂਰੇ ਬੰਦ ਨਹੀਂ ਆ, ਉਹ ਸਮਾਨ ਜਿਹੜਾ ਉੱਥੇ ਬੈਠ ਕੇ ਤੁਸੀਂ ਖਾਣਾ ਨਹੀਂ ਖਾ ਸਕਦੇ, ਪੈਕ ਕਰਕੇ ਲਿਜਾ ਸਕਦੇ, ਪਰ ਫਿਰ ਵੀ ਸਰਕਾਰ ਉਹਨਾਂ ਨੂੰ, ਉਹਨਾਂ ਦੀ ਮਤਲਬ ਕਿ ਲੋੜ ਤੋਂ ਵੱਧ ਉਹਨਾਂ ਦੀ ਮਦਦ ਕਰ ਰਹੀ ਹੈ, ਜਾਣੀ ਕਿ ਉਹਨਾਂ ਨੂੰ ਫਿਰ ਵੀ ਸਰਕਾਰ ਦੇ ਵੱਲੋਂ ਮੁਆਵਜ਼ਾ ਮਿਲ ਰਿਹਾ। ਸੋ ਇੱਥੇ ਦੁਕਾਨਦਾਰ ਵੀਰ ਵਿਚਾਰੇ ਰੋ ਰਹੇ ਆ। ਇੱਕ ਹੁਣ ਮੈਂ ਇੱਕ ਲੌਜਿਕ ਤੁਹਾਡੇ ਤੋਂ ਮੈਂ ਪੁੱਛਣਾ ਚਾਹੁੰਦਾ, ਕਰੋਨਾ ਦਾ ਇੱਕ ਲੌਜਿਕ ਜਿਹੜਾ ਮੈਨੂੰ ਅਜੇ ਤੱਕ ਸਮਝ ਨਹੀਂ ਆਇਆ। ਇੱਕ ਪਰਿਵਾਰ ਦੇ ਵਿੱਚ ਅਸੀਂ 5-7 ਜਣੇ ਰਹਿੰਦੇ ਆ, ਇੱਕ ਪਰਿਵਾਰ ਦੇ ਜੀ ਆ। ਮੰਨ ਲਓ ਇੱਕ ਛੋਟੇ ਜਿਹੇ ਘਰ ਦੇ ਵਿੱਚ 1.5-2 ਮਰਲੇ ਦੇ ਥਾਂ ਦੇ ਵਿੱਚ ਇੱਕ ਪਰਿਵਾਰ ਸਾਰਾ ਰਹਿੰਦਾ। ਉਹ ਪਰਿਵਾਰ ਨੂੰ ਉੱਥੇ ਕਰੋਨਾ ਨਹੀਂ ਹੁੰਦਾ, ਜੇ ਉਹ ਪਰਿਵਾਰ ਆਪਣੀ ਗੱਡੀ 'ਚ ਬੈਠ ਕੇ ਸ਼ਹਿਰ ਨੂੰ ਚਲਾ ਜਾਊਗਾ ਤਾਂ ਉਹਨਾਂ ਦਾ ਚਲਾਨ ਹੋ ਜਾਂਦਾ। ਹੁਣ ਸੋਚਣ ਵਾਲੀ ਗੱਲ ਹੈ ਕਿ ਉਹ ਜਿਹੜਾ ਪਰਿਵਾਰ ਆ, ਜਿੱਦਾਂ ਕਿ 2 ਗੱਡੀਆਂ, ਦਾ ਕੀ ਲੌਜਿਕ ਹੈ? ਜਿਹੜੇ ਪਰਿਵਾਰ ਦੇ ਵਿੱਚ ਉਹ ਘਰ ਇਕੱਠੇ ਰਹਿ ਸਕਦੇ ਆ ਤਾਂ ਉਹਨਾਂ ਨੂੰ ਕਰੋਨਾ ਇਕੱਠਿਆਂ ਨੂੰ ਉੱਥੇ ਨਹੀਂ ਹੁੰਦਾ, ਗੱਡੀ 'ਚ ਹੋ ਜਾਊਗਾ। ਹੁਣ ਕਹਿੰਦੇ ਮੋਟਰਸਾਈਕਲ ਤੇ ਇੱਕ ਬੰਦਾ ਜਾਣਾ ਚਾਹੀਦਾ, ਤੇ ਮੈਨੂੰ ਇਹ ਲੌਜਿਕ ਸਮਝ ਨਹੀਂ ਆਉਂਦਾ। ਅਸੀਂ ਕਾਨੂੰਨ ਨੂੰ ਮੰਨਦੇ ਆ, ਪਰ ਜਿਹੜੀਆਂ ਇਦਾਂ ਦੀਆਂ ਗੱਲਾਂ ਨੇ, ਜਿਹੜੀਆਂ ਐਵੇਂ ਬਿਨਾਂ ਗੱਲ ਤੋਂ ਇਹ ਲੌਜਿਕ ਜਿਹੜੇ ਆਪ ਹੀ ਬਣਾ ਲੈਂਦੇ ਨੇ, ਮੇਰਾ ਖਿਆਲ ਹੈ ਕਿ ਇਹ ਕਿਤੇ ਨਾ ਕਿਤੇ ਨੀਤੀਆਂ ਮਾੜੀਆਂ ਨੇ। ਹੁਣ ਇੱਕ ਹਸਬੈਂਡ ਵਾਈਫ ਜਿਹੜੀ, ਹੁਣ ਹਸਬੈਂਡ ਜਾ ਰਿਹਾ ਬਾਈਕ ਦੇ ਉੱਤੇ ਤੇ ਵਾਈਫ ਵਿਚਾਰੀ ਤੁਰ ਕੇ ਆਊਗੀ, ਇਹ ਕੀ ਲੌਜਿਕ ਹੈ? ਜਿਹੜੇ ਹਸਬੈਂਡ ਵਾਈਫ ਘਰ 'ਚ ਇਕੱਠੇ ਰਹਿ ਸਕਦੇ ਆ ਤੇ ਉਹਨਾਂ ਨੂੰ ਜੇ ਉਹ ਇਕੱਠੇ ਬਾਜ਼ਾਰ ਵੀ ਚਲੇ ਜਾਂਦੇ, ਤਾਂ ਮੇਰਾ ਖਿਆਲ ਹੈ ਵੀ ਸਰਕਾਰ ਨੂੰ ਉਹਨਾਂ ਤੇ ਇੰਨਾ ਵੀ ਤਸ਼ੱਦਦ ਨਹੀਂ ਕਰਨਾ ਚਾਹੀਦਾ, ਜਾਂ ਇੰਨੀ ਵੀ ਉਹਨਾਂ ਤੇ ਸਖਤੀ ਨਹੀਂ ਕਰਨੀ ਚਾਹੀਦੀ। ਹੁਣ ਬਾਜ਼ਾਰ ਖੁੱਲ੍ਹੇ ਨੇ, ਹੁਣ ਮੈਂ ਤੁਹਾਨੂੰ ਸਿੰਪਲ ਜੀ ਗੱਲ ਦੱਸਦਾ, ਬਾਜ਼ਾਰ ਖੁੱਲ੍ਹੇ ਨੇ ਤੇ ਸ਼ਾਮ ਨੂੰ 5 ਵਜੇ ਉਹਨਾਂ ਨੂੰ ਵਿਚਾਰਿਆਂ ਨੂੰ ਨੱਠ ਭੱਜ ਪੈ ਜਾਂਦੀ ਹੈ ਵੀ ਬੰਦ ਕਰੋ। ਇੱਦਾਂ ਲੱਗਦਾ ਵੀ ਹੁਣ ਕਰੋਨਾ ਲੰਘਣ ਲੱਗਾ ਇੱਥੋਂ। ਸੋ ਮੇਰੇ ਕਹਿਣ ਦਾ ਮਤਲਬ ਹੈ ਵੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਜੇ ਕਰੋਨਾ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਕਿਹਦੀ ਬਣਦੀ ਹੈ? ਦੇਖੋ ਜਿੱਥੋਂ ਸ਼ੁਰੂ ਹੋਇਆ ਸੀ, ਅੱਜ ਤੁਸੀਂ ਗੱਲ ਕਰੋ ਤਾਂ ਚਾਈਨਾ ਦੇ ਵਿੱਚ ਹੁਣ ਸਾਰਾ ਕੁਝ ਨਾਰਮਲ ਲਾਈਫ ਚੱਲ ਰਹੀ ਹੈ। ਅਮਰੀਕਾ ਦਾ ਇੱਥੇ ਦੇਖ ਰਿਹਾ ਸੀ ਬਹੁਤ ਵੀ ਇੰਨੀਆਂ ਡੈਡ ਬੋਡੀਆਂ ਡਿੱਗੀ ਜਾਂਦੀਆਂ ਜੀ, ਉੱਥੇ ਇੱਦਾਂ ਕਰੀ ਜਾਂਦੇ ਆ। ਅਮਰੀਕਾ ਦੇ ਵਿੱਚ ਲੋਕਡਾਊਨ ਹੈ ਨਹੀਂ, ਅਮਰੀਕਾ ਦੇ ਵਿੱਚ ਬੜੇ ਆਰਾਮ ਦੇ ਨਾਲ ਲੋਕ ਆਪਣਾ ਜਿਹੜਾ ਜੀਵਨ ਜਿਹੜਾ ਉਹ ਬਸਰ ਕਰ ਰਹੇ ਆ, ਔਰ ਆਰਾਮ ਦੇ ਨਾਲ ਉੱਥੇ ਸਭ ਕੁਝ ਚੱਲ ਰਿਹਾ। ਤੇ ਇੰਡੀਆ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਵੀ ਇੱਥੇ ਜੇ ਦੇਖਿਆ ਜਾਵੇ ਤਾਂ ਮੈਂ ਮਾਫੀ ਚਾਹੁੰਦਾ ਇਹ ਸ਼ਬਦ ਵਰਤਣ ਲੱਗਿਆ, ਇੱਥੇ ਇੱਕ ਸੰਜੀਵਨੀ ਬੂਟੀ ਲੱਭ ਗਈ ਆ। ਉਹ ਇਹ ਆ ਕਿ ਜਦੋਂ ਕੋਈ ਕਿਸੇ ਨੂੰ ਕੋਈ ਸਵਾਲ ਪੁੱਛਦਾ, ਕੋਈ ਮੰਗ ਰੱਖ ਕੇ ਬੈਠਾ, ਹੁਣ ਸਾਡੇ ਕਿਸਾਨ ਬੈਠੇ ਆ ਬਾਰਡਰਾਂ ਦੇ ਉੱਤੇ, ਮੈਂ ਸਿੰਪਲ ਜਿਹਾ ਸਵਾਲ ਪੁੱਛਦਾ, ਅੱਜ ਸਾਨੂੰ ਤਾਂ ਇਹ ਸਵਾਲ ਪੁੱਛ ਲੈਂਦੇ ਨੇ ਪੱਤਰਕਾਰ ਵੀ ਜੇ ਇੱਥੇ ਕੋਈ ਮਰ ਗਿਆ ਤੇ ਉਹਦੀ ਜ਼ਿੰਮੇਵਾਰ ਕੌਣ ਹੈ? ਹੁਣ ਕਿਸਾਨ ਬਾਰਡਰਾਂ ਦੇ ਉੱਤੇ ਬੈਠਿਆਂ ਨੂੰ ਕਿੰਨਾ ਚਿਰ ਹੋ ਗਿਆ? ਹੁਣ ਜੇਕਰ ਸਰਕਾਰ ਨੂੰ, ਜਾਂ ਸਾਡੀ ਸੂਬਾ ਸਰਕਾਰ ਨੂੰ, ਜਾਂ ਸਾਡੀ ਕੇਂਦਰ ਸਰਕਾਰ ਨੂੰ ਜੇ ਸਾਡੀ ਜਾਨਾਂ ਦੀ ਇੰਨੀ ਫਿਕਰ ਆ ਤਾਂ ਉਹਨਾਂ ਦੀਆਂ ਮੰਗਾਂ ਮੰਗ ਕੇ ਉਹਨਾਂ ਨੂੰ ਘਰ ਭੇਜ ਦੇਣਾ ਚਾਹੀਦਾ ਸੀ। ਹੁਣ ਇੰਨੇ ਲੋਕ, ਜੇ ਉਹਨਾਂ ਨੂੰ ਕਰੋਨਾ ਹੋ ਗਿਆ, ਇੰਨੇ ਲੋਕ ਮਰ ਗਏ। ਮੰਨ ਲਓ ਕਿ ਸਾਡੇ ਦੇਸ਼ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਥੋੜੀ ਜਨਤਾ ਨਹੀਂ, ਆਪਾਂ ਦੇਖੀ ਜਾਵੇ ਤਾਂ ਇਹ ਜਿਹੜੇ ਕਿਸਾਨ ਨੇ 60-70 ਕਰੋੜ ਕਿਸਾਨ ਨੇ ਸਾਡੇ ਦੇਸ਼ ਦੇ, ਤੇ ਇੰਨੇ ਲੋਕਾਂ ਨੂੰ ਜੇ ਮੰਨ ਲਓ ਕਿ ਕਰੋਨਾ ਹੋ ਗਿਆ ਤੇ ਮਰ ਗਿਆ, ਕੀ ਸਾਡੇ ਦੇਸ਼ ਨੂੰ, ਸਾਡੇ ਕਿਸਾਨਾਂ ਦੀ ਲੋੜ ਨਹੀਂ? ਹੁਣ ਉਹਨਾਂ ਦੀ ਜਾਨ ਦਾ ਰਿਸਪੌਂਸੀਬਲ ਕੌਣ ਹੈ? ਤੇ ਇਸ ਕਰਕੇ ਜੇ ਹਰ ਬੰਦਾ ਹੀ ਆਪਣੀ ਜਾਨ ਦਾ ਆਪ ਹੀ ਜ਼ਿੰਮੇਵਾਰ ਹੈ, ਫਿਰ ਸਰਕਾਰ ਦਾ ਤਾਂ ਕੋਈ ਕੰਮ ਨਹੀਂ ਗਿਆ।
ਤੇ ਸਰਕਾਰ ਨੂੰ ਚਾਹੀਦਾ ਹੈ ਵੀ ਜੇਕਰ ਤੁਸੀਂ ਸਾਡੀ ਫਿਕਰ ਕਰਦੇ ਹੋ ਤਾਂ ਤੁਸੀਂ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਮੰਨ ਕੇ ਡਾਕਟਰਾਂ ਦੀਆਂ ਮੰਗਾਂ ਨੇ, ਹੋਰ ਦੇਖੋ ਕਿੰਨੇ ਮੁਲਾਜ਼ਮ ਨੇ ਜਿਹੜੇ ਰੋਜ਼ ਦਿਹਾੜੀ ਹੜਤਾਲ ਤੇ ਬੈਠੇ ਨੇ, ਜਿਹੜੇ ਵਿਚਾਰੇ ਕੰਟਰੈਕਟ ਬੇਸ ਤੇ ਬੈਠੇ ਨੇ, ਉਹ ਕਹਿੰਦੇ ਨੇ ਕਿ ਸਾਡਾ ਅਸੀਂ ਕਿੱਦਾਂ ਆਪਣੀ ਰੋਟੀ ਦਾ ਗੁਜ਼ਾਰਾ ਕਰ ਰਹੇ ਹਾਂ। ਤੇ ਸਰਕਾਰ ਨੂੰ ਚਾਹੀਦਾ ਆ ਕਿ ਉਹ ਪਹਿਲਾਂ ਤਾਂ ਆਪਣੇ ਲੋਕਾਂ ਦਾ ਜਿਹੜਾ ਜ਼ਿੰਮੇਵਾਰੀ ਜਿਹੜੀ ਆ ਉਹ ਸਹੀ ਤਰੀਕੇ ਨਾਲ ਚੁੱਕੇ, ਤਾਂ ਕਿ ਲੋਕ ਵੀ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਿਭਾ ਸਕਣ। ਤਾਂ ਕਿਤੇ ਨਾ ਕਿਤੇ ਇਹਦੇ ਵਿੱਚ ਪ੍ਰੋਬਲਮ ਇਹੀ ਹੈ ਕਿ ਜਦੋਂ ਲੋਕ ਕੋਆਪਰੇਟ ਕਰਦੇ ਤਾਂ ਸਰਕਾਰ ਲੋਕਾਂ ਨਾਲ ਕੋਆਪਰੇਟ ਨਹੀਂ ਕਰਦੀ। ਹੁਣ ਬਿਜਲੀ ਦੇ ਬਿੱਲ ਦੇਖੋ ਆ ਰਹੇ ਨੇ, ਮੈਂ ਬੇਨਤੀ ਕਰਦਾ ਜੇ ਕੋਈ ਸਾਡੀ ਇਸ ਵੀਡੀਓ ਨੂੰ ਸਰਕਾਰ ਤੱਕ ਪਹੁੰਚਾਉਣਾ ਚਾਹੁੰਦਾ ਉਹ ਪਹੁੰਚਾ ਸਕਦਾ। ਮੈਂ ਚਾਹੁੰਦਾ ਸਰਕਾਰ ਜਿਹੜੀ ਹੈ 2-2 3-3 ਮਹੀਨੇ ਦਾ ਬਿਜਲੀ ਦਾ ਜਿਹੜਾ ਬਿੱਲ ਆ 2 ਜਾਂ 3 ਬਿੱਲ ਮਾਫ ਕਰ ਦੇਵੇ, ਠੀਕ ਹੈ ਜੀ। ਤੇ ਉਹਦੇ ਨਾਲ ਘੱਟੋ ਘੱਟ ਜਿਹੜਾ ਗਰੀਬ ਬੰਦਾ ਉਹਨੂੰ ਸਾਥ ਆਵੇ। ਜਿਹੜੀਆਂ ਦੁਕਾਨਾਂ ਬੰਦ ਨੇ, ਮਾਰਕੀਟ ਬੰਦ, ਵੈਸੇ ਤਾਂ ਗਰੀਬ ਬੰਦੇ ਦਾ ਲੱਕ ਟੁੱਟ ਚੁੱਕਾ, ਰੋਟੀ ਤੋਂ ਆਵਾਜ਼ਾਰ ਹੋ ਗਏ ਨੇ ਲੋਕ। ਔਰ ਮੈਂ ਚਾਹੁੰਦਾ ਕਿ ਸਰਕਾਰ ਉਹਨਾਂ ਨੂੰ ਕੋਈ ਮੁਆਵਜ਼ਾ ਦੇਵੇ ਤਾਂ ਕਿ ਕੱਲ ਨੂੰ ਜਦੋਂ ਸਕੂਲ ਖੁੱਲਦੇ ਨੇ, ਸਕੂਲ ਦੀਆਂ ਫੀਸਾਂ ਉਹਨਾਂ ਦੀਆਂ ਖੜੀਆਂ ਨੇ, ਉਹਨਾਂ ਦੇ ਸਾਰੇ ਕੰਮ ਖੜੇ ਨੇ। ਇਸ ਵਕਤ ਜਿਹੜੀ ਅਰਥ ਵਿਵਸਥਾ ਆ ਸਾਡੇ ਦੇਸ਼ ਦੀ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ। ਜੇ ਇਹਨੂੰ ਤੁਸੀਂ ਅੱਜ ਨਾ ਸਮਝਿਆ ਤਾਂ ਸਾਡਾ ਦੇਸ਼ ਤਰੱਕੀ ਵੱਲ ਨਹੀਂ ਜਾ ਰਿਹਾ, ਸਾਡਾ ਦੇਸ਼ ਬਰਬਾਦੀ ਵੱਲ ਜਾ ਰਿਹਾ। ਤੇ ਮੀਡੀਆ ਦੀ ਗੱਲ ਤੁਸੀਂ ਚੁੱਕੀ ਆ ਤੇ ਮੀਡੀਆ ਨੂੰ ਤਾਂ ਇੱਕੋ ਗੱਲ ਦੱਸੀ ਗਈ ਆ ਵੀ ਕੋਈ ਵੀ ਗੱਲ ਹੋਵੇ, ਹੁਣ ਕੋਈ ਨਹੀਂ ਕਰਨੀ, ਤੁਸੀਂ ਇੱਕੋ ਗੱਲ ਕਰਨੀ, ਉਹ ਤਾਂ ਕਰੋਨਾ ਦੀ ਗੱਲ। ਮੈਂ ਦੱਸਿਆ ਤੁਹਾਨੂੰ ਕਿ ਸਿਰਫ ਇੱਕੋ ਹੀ ਗੱਲ ਕਰਨੀ ਹੈ, ਕਾਹਦੀ? ਕਰੋਨਾ ਦੀ ਗੱਲ ਕਰਨੀ ਹੈ, ਹੋਰ ਕੋਈ ਗੱਲ ਨਹੀਂ ਕਰਨੀ। ਇਹਦਾ ਕੀ ਮਤਲਬ ਹੈ? ਇਹ ਇੱਕ ਸੰਜੀਵਨੀ ਬੂਟੀ ਆ, ਉਹਨਾਂ ਨੇ ਇਹ ਤਾਂ ਰੱਖੀ ਹੋਈ ਆ ਮੋਰੇ ਵੀ ਜੇਕਰ ਕੋਈ ਬੰਦਾ ਆਪਣੀ ਮੰਗ ਲੈ ਕੇ ਆਉਂਦਾ ਜਾਂ ਕੋਈ ਬੰਦਾ ਆਪਣੇ ਦੇਖੋ ਤੁਸੀਂ ਦੇਖ ਰਹੇ ਹੋ ਕਿ ਅੰਦੋਲਨ ਕਰ ਰਹੇ ਨੇ, ਤੇ ਜੇ ਇਦਾਂ ਦੀ ਗੱਲ ਆਉਂਦੀ ਤਾਂ ਉਹਨਾਂ ਨੂੰ ਇੱਕੋ ਚੀਜ਼ ਦੱਸ ਦਿੱਤੀ ਜਾਵੇ ਬਈ ਕਰੋਨਾ ਚੱਲ ਰਿਹਾ। ਸਾਡੀਆਂ ਮੰਗਾਂ ਦੇਖੋ, ਹੁਣ ਸਾਡੇ ਤੋਂ ਕੋਈ ਸਵਾਲ ਕਰਤੇ, ਬਹੁਤ ਅੱਛੇ ਸਵਾਲ ਪੁੱਛੇ ਨੇ ਤੁਸੀਂ, ਤੇ ਕਦੀ ਇਹ ਸਵਾਲ ਮੀਡੀਆ ਨੇ ਪੁੱਛਿਆ ਵੀ ਇੱਥੇ ਮਸੀਹ ਲੋਕਾਂ ਨੂੰ ਕਬਰਸਤਾਨ ਲਈ, ਸਾਨੂੰ ਖੁਦ ਕਬਰਸਤਾਨ ਲਈ ਮੰਗ ਕਰਦੇ ਆ, ਇੱਥੇ 20 ਸਾਲ ਹੋ ਗਏ। ਜਿਹੜੀ ਗੱਲ ਮੈਂ ਤੁਹਾਨੂੰ ਕਰ ਰਿਹਾ ਸੀ, ਐਮਐਲਏ ਸਾਹਿਬ ਨੇ, ਬਬਲੀ ਜੀ ਨੇ, ਜਿਹੜਾ ਗੁਰਕਵਾਲ ਕੌਰ ਜੀ ਨੇ ਸਵਾਲ ਇੱਥੇ ਕਮੈਂਟ ਕੀਤੀ ਆ, ਇਹਨਾਂ ਦੇ ਹਸਬੈਂਡ ਵੀ ਸਾਡੇ ਕੋਲ ਆਉਂਦੇ ਰਹੇ, ਉਹਨਾਂ ਨੇ ਵੀ ਸਾਡੇ ਨਾਲ ਵਾਅਦਾ ਕੀਤਾ ਸੀਗਾ ਵੀ ਅਸੀਂ ਤੁਹਾਨੂੰ ਦੇਵਾਂਗੇ। ਤੇ ਉਸ ਤੋਂ ਬਾਅਦ ਇਹਨਾਂ ਦੀ ਮੈਡਮ ਇਹ ਆਏ ਤੇ ਇਹਨਾਂ ਨੇ ਵੀ ਸਾਡੇ ਨਾਲ ਵਾਅਦਾ ਕੀਤਾ ਕਿ ਅਸੀਂ ਤੁਹਾਨੂੰ ਕਬਰਸਤਾਨ ਦੀ ਜਗ੍ਹਾ ਦਾ ਪ੍ਰਬੰਧ ਕਰਕੇ ਦੇਵਾਂਗੇ। ਹੁਣ ਉਹਨਾਂ ਦੀ ਤੀਜੀ ਪੀੜ੍ਹੀ ਆ ਗਈ ਹੈ ਤੇ ਉਹਨਾਂ ਨੇ ਵੀ ਸਾਡੇ ਨਾਲ ਇਹੀ ਪ੍ਰੋਮਿਸ ਕੀਤਾ ਸੀਗਾ ਵੀ ਅਸੀਂ ਤੁਹਾਨੂੰ ਕਰਕੇ ਦੇਵਾਂਗੇ, ਤਾਂ ਪਰ ਅੱਜ ਤੱਕ ਨਹੀਂ ਕੀਤਾ। ਪਰ ਜਿਹੜੇ ਕੰਮ ਉਹਨਾਂ ਨੂੰ ਕਰਨੇ ਚਾਹੀਦੇ, ਮੈਂ ਕਹਿੰਦਾ ਕਿ ਉਹ ਕੰਮ ਕਰਨ, ਨਾ ਕਿ ਇਹ ਸੋਸ਼ਲ ਮੀਡੀਆ ਤੇ ਕਮੈਂਟ ਕਰਕੇ ਉਹ ਜ਼ਿੰਮੇਵਾਰੀਆਂ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਆ। ਜ਼ਿੰਮੇਵਾਰੀ ਉਹਨਾਂ ਦੀ ਕਮੈਂਟ ਕਰਨ ਦੀ ਨਹੀਂ, ਜ਼ਿੰਮੇਵਾਰੀ ਉਹਨਾਂ ਦੀ ਪਬਲਿਕ ਦੀ ਸੇਵਾ ਕਰਨ ਦੀ ਹੈ। ਉਹਨਾਂ ਦਾ ਜੋ ਹੱਕ ਬਣਦਾ, ਜੋ ਫਰਜ਼ ਬਣਦਾ, ਉਹ ਆਪਣੇ ਫਰਜ਼ ਪੂਰੇ ਕਰਨ। ਇਸ ਤੇ ਫਿਰ ਉਹ ਆ ਕੇ ਕਹਿਣ ਵੀ ਦੇਖੋ ਅਸੀਂ ਤੁਹਾਡੇ ਲਈ ਆਹ ਕੀਤਾ ਵੀ ਤੁਸੀਂ ਸਾਡੀ ਗੱਲ ਮੰਨੋ। ਜੇ ਤੁਸੀਂ ਕਿਸੇ ਲਈ ਕੁਝ ਕੀਤਾ ਹੀ ਨਹੀਂ, ਮੈਨੂੰ ਦੱਸਣ ਵੀ ਅੱਜ ਵੀ ਸਾਡੇ ਨਾਲ ਮਤਰੇਈ ਮਾਂ ਵਜਿਆ ਬਿਹਾਰ ਜਿਹੜਾ ਉਸ ਇੱਥੇ ਕੀਤਾ ਜਾਂਦਾ ਆ। ਤੋ ਮਸੀਹ ਲੋਕਾਂ ਨੂੰ, ਜਿਹੜੀ ਇਕੱਲੇ ਮਸੀਹ ਲੋਕਾਂ ਨੂੰ ਨਹੀਂ, ਜੇ ਅਸੀਂ ਦੇਖੀਏ ਤਾਂ ਜਿੰਨੀ ਵੀ ਮਿਨੋਰਟੀ ਹੈ ਉਹਨਾਂ ਸਾਰਿਆਂ ਨੂੰ ਦਬਾਇਆ ਜਾਂਦਾ ਹੈ, ਹਰ ਰੋਜ਼ ਉਹਨਾਂ ਤੇ ਅਤਿਆਚਾਰ ਕੀਤੇ ਜਾਂਦੇ ਆ। ਤੇ ਇਸ ਕਰਕੇ ਜਿੰਨੀ ਵੀ ਮਿਨੋਰਟੀ ਉਹ ਸਾਰੀ ਖਤਰੇ ਦੇ ਵਿੱਚ ਹੈ। ਤੇ ਮੈਂ ਬੇਨਤੀ ਕਰਦਾ ਕਿ ਸਰਕਾਰਾਂ ਜਿਹੜੀਆਂ ਨੇ ਉਹ ਇਹਨਾਂ ਗੱਲਾਂ ਤੇ ਧਿਆਨ ਦੇਣ, ਕਿਉਂਕਿ ਇਦਾਂ ਨਾ ਹੋਵੇ ਕਿ ਲੋਕ ਤੁਹਾਡੇ ਤੋਂ ਅੱਕ ਜਾਣ ਤੇ ਲੋਕ ਜਿਨ੍ਹਾਂ ਨੇ ਤੁਹਾਨੂੰ ਚੱਕ ਕੇ ਕੁਰਸੀ ਤੇ ਬਿਠਾਇਆ ਤੇ ਲੋਕਾਂ ਨੇ ਲਾਭ ਵੀ ਦੇਣਾ ਹੈ। ਤੇ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਤੁਸੀਂ ਕਿਰਪਾ ਕਰਕੇ ਲੋਕਾਂ ਦੇ ਦੁੱਖਾਂ ਤਕਲੀਫਾਂ ਵੱਲ ਧਿਆਨ ਜ਼ਰੂਰ ਦਿਓ। ਥੈਂਕ ਯੂ ਪਾਸਟਰ ਜੀ, ਇਹਨੇ ਤੁਹਾਡਾ ਅਸੀਂ ਟਾਈਮ ਲਿਆ ਔਰ ਬਹੁਤ ਦਾ ਧੰਨਵਾਦ ਹੈ ਕਿ ਤੁਸੀਂ ਵਿਸਤਾਰ ਦੇ ਨਾਲ ਸਾਰੀਆਂ ਗੱਲਾਂ ਤੇ ਚਾਨਣਾ ਪਾਇਆ। ਪਰਮੇਸ਼ਰ ਤੁਹਾਨੂੰ ਹੋਰ ਵੀ ਵਧਾਵੇ ਔਰ ਆਪਣੇ ਵਚਨਾਂ ਲਈ ਔਰ ਆਪਣੀ ਸੇਵਾ ਲਈ ਹੋਰ ਵੀ ਜ਼ਿਆਦਾ ਇਸਤੇਮਾਲ ਕਰੇ। ਥੈਂਕ ਯੂ। ਜੈ ਮਸੀਹ।